ਤਾਂ ਸ਼ਾਇਦ ਇਸ ਧਰਤੀ ਤੇ ਸਾਡੀ ਨਿਗਾਹ ਦੇ ਵਿੱਚ ਉਹ ਗਰੀਬ ਨੇ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ। ਸੱਚ ਆ, ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਬੰਦਾ ਮਨ ਕਰਕੇ ਗਰੀਬ ਨਹੀਂ ਹੋਇਆ। ਕਦੇ ਚੈੱਕ ਕਰਕੇ ਵੇਖਿਓ, ਸਾਡੇ ਇਤਿਹਾਸ ਦੇ ਵਿੱਚ, ਸਾਡੀ ਇਸ ਦੁਨੀਆ ਦੇ ਵਿੱਚ ਉਹ ਲੋਕ ਵੀ ਨੇ, ਦੁਨੀ ਚੰਦ ਸੇਠ ਵਰਗੇ, ਮਨਸੁਖ ਵਰਗੇ, ਸ਼ਿਵ ਨਾਵੀਏ ਰਾਜੇ ਵਰਗੇ, ਜਾਂ 9ਵੇਂ ਪਾਤਸ਼ਾਹ ਵੇਲੇ ਭਾਈ ਮੱਖਣ ਸ਼ਾਹ ਲਵਾਣੇ ਵਰਗੇ, ਜਿਹੜੇ ਤਨ ਕਰਕੇ ਆਰਥਿਕ ਪੱਖੋਂ ਬਹੁਤ ਮਜ਼ਬੂਤ ਨੇ। ਉਹਨਾਂ ਵਕਤਾਂ ਦੇ ਵੱਡੇ ਵੱਡੇ ਬਿਜ਼ਨਸਮੈਨ ਨੇ, ਵਪਾਰੀ ਨੇ। ਅਮੀਰਾਂ ਦੀ ਗਿਣਤੀ 'ਚ ਇਹਨਾਂ ਲੋਕਾਂ ਦੇ ਨਾਮ ਆਉਂਦੇ, ਇਹਨਾਂ ਦਾਨੇ ਪੁਰਖਾਂ ਦੇ ਨਾਮ ਆਉਂਦੇ ਆ, ਪਰ ਵਾਹਿਗੁਰੂ ਭਲਾ ਕਰੇ ਉਹ ਮਨ ਕਰਕੇ ਗਰੀਬ ਨੇ। ਉਹਨਾਂ ਦਾ ਮਨ ਨੀਵਾਂ, ਉਹਨਾਂ ਦੇ ਮਨ ਵਿੱਚ ਗੁਰੂ ਪ੍ਰਥਾਏ, ਗੁਰੂ ਦੀ ਸੰਗਤ ਪ੍ਰਥਾਏ, ਗੁਰੂ ਦੇ ਸ਼ਬਦ ਦੀ ਵਿਚਾਰ ਦੇ ਪ੍ਰਥਾਏ। ਮਨ ਵਿੱਚ ਕੁਝ ਇਦਾਂ ਦਾ ਖਿਆਲ ਆ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਘਰ ਧਨ ਹਰ ਨਾਮਾ। ਉਹਨਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਆ। ਪ੍ਰਮਾਤਮਾ ਦਾ ਨਾਮ ਆ ਜਿਹੜਾ, ਇਸੇ ਨੇ ਮਨੁੱਖ ਦੇ ਅੰਦਰ ਨਿਮਰਤਾ ਲੈ ਕੇ ਆਉਣੀ ਆ। ਤੇ ਨਿਮਰਤਾ ਜਿਹੜੀ ਹੈ ਉਹ ਗਰੀਬੀ ਵੱਲ ਆਪਣਾ ਮੁੱਖ ਮੋੜਦੀ ਆ। ਮਾਫ ਕਰਨਾ, ਸ਼ਾਇਦ ਗੁਰੂ ਦੀ ਪਾਵਨ ਪਵਿੱਤਰ ਬਾਣੀ ਦੇ ਮੁਤਾਬਕ ਕਈ ਵਾਰ ਗੱਲ ਨਾ ਸਮਝ ਆਵੇ ਤਾਂ ਸਾਡੇ ਦਿਮਾਗ ਦੇ ਵਿੱਚੋਂ ਉਲਟ ਆਪਣਾ ਐਕਸ਼ਨ ਲੈ ਜਾਂਦੀ ਆ। ਜਣੀ ਕਿਉਂ ਕਹਿ ਲੋ, ਦਵਾਈ ਹਜਮ ਨਾ ਆਵੇ ਨਾ। ਦੇਖੋ, ਦਵਾਈ ਦਾ ਕੰਮ ਕੀ ਆ? ਰੋਗ ਤੋਂ, ਬਿਮਾਰੀ ਤੋਂ ਮੁਕਤ ਕਰਨਾ। ਪਰ ਕਈ ਵਾਰ ਇਦਾਂ ਦੀ ਦਵਾਈ ਵੀ ਹੁੰਦੀ ਹੈ ਜਿਹੜੀ ਰੋਗ ਤੋਂ ਦਵਾਈ ਮੁਕਤ ਕਰਨ ਦੀ ਬਜਾਏ ਸਾਨੂੰ ਜ਼ਿਆਦਾ ਰੋਗੀ ਬਣਾ ਜਾਂਦੀ ਆ। ਸ਼ਾਇਦ ਇਹ ਗੱਲ ਸਾਡੇ ਤੇ ਅੱਜ ਦੇ ਸਮੇਂ ਮੁਤਾਬਕ ਢੁਕਦੀ ਆ। ਗੁਰੂ ਦੀ ਪਾਵਨ ਪਵਿੱਤਰ ਬਾਣੀ ਬੜੀ ਵੱਡੀ ਬਖਸ਼ਿਸ਼ਾ ਦਵਾਈ ਆ, ਪਰ ਕਈ ਵਾਰ ਜੇ ਸਮਝ ਵਿੱਚ ਨਾ ਆਵੇ, ਹਜਮ ਨਾ ਆਵੇ, ਤਾਂ ਸਾਨੂੰ ਇਹ ਵੀ ਮਾਫ ਕਰਨਾ, ਇਹ ਦੁਖਾਂਤ ਆ ਵੀ ਰਿਐਕਸ਼ਨ ਕਰ ਜਾਂਦੀ ਆ। ਨਾ ਸਮਝ ਆਉਣ ਵਿੱਚ ਸਾਡੇ ਦਿਮਾਗ ਦੇ ਵਿੱਚ ਕੁਝ ਸ਼ਾਇਦ ਖਿਆਲ ਹੋਰ ਚੱਲ ਪੈਂਦਾ। ਹੁਣ ਗੱਲ ਚੱਲੀ ਹੈ ਦੀਨਾਨਾਥ ਦਇਆਲ। ਪਾਤਸ਼ਾਹ ਨੇ ਲਿਖਿਆ ਨਾ, ਗੁਰਦੇਵ ਪਾਤਸ਼ਾਹ ਕਹਿੰਦੇ ਮੇਰੇ ਗਰੀਬ ਦਾ ਮਾਲਕ ਤੂੰ ਆ। ਦੀਨਾਨਾਥ ਦਇਆਲ, ਪ੍ਰਭ ਮੇਰੇ ਦੀਨਾਨਾਥ ਦਇਆਲ 2 ਵਾਰੀ ਕਿਹਾ ਗਾ। ਪਰ ਹੁਣ ਇੱਥੇ ਗੱਲ ਲਿਆਇਓ, ਆਪਣੇ ਦਿਮਾਗ ਦੇ ਵਿੱਚ ਹੀ ਫੁਰਨਾ ਬਣਾ ਲਿਓ ਵੀ ਗਰੀਬ ਆ ਜਿਹੜਾ ਪਰਿਭਾਸ਼ਾ ਦਿੱਤੀ ਆ ਉਹ ਕੌਣ ਆ? ਜਿਹਦੇ ਮਨ ਦੇ ਵਿੱਚ ਨਿਮਰਤਾ, ਜਿਹਦੇ ਮਨ ਵਿੱਚ ਪਿਆਰ, ਜਿਹਦੇ ਮਨ ਵਿੱਚ ਪ੍ਰੇਮ ਹੈ, ਜਿਹਦੇ ਮਨ ਵਿੱਚ ਨਾ ਗੁਰੂ ਦੀ ਮੱਤ ਵਸ ਜਾਵੇ। ਉਹ ਦੁਨਿਆਵੀ ਤਲ ਤੇ ਭਾਵੇਂ ਅਮੀਰ ਹੋਵੇ, ਦੁਨਿਆਵੀ ਤਲ ਤੇ ਭਾਵੇਂ ਉਹ ਆਰਥਿਕ ਪੱਖੋਂ ਕਮਜ਼ੋਰ ਹੋਵੇ, ਪਰ ਜੇ ਮਨ ਕਰਕੇ ਨੀਵਾਂ ਨਾ ਤਾਂ ਉਹ ਗਰੀਬ ਹੈ। ਬਸ ਆਪ ਜੀ ਨੂੰ ਪਤਾ ਨਾ ਵੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ, ਬਾਬਾ ਲਹਿਣਾ ਜੀ, ਮੱਤੇ ਦੀ ਸਰਾਂ, ਨਾਂਗੇ ਦੀ ਸਰਾਂ ਵੀ ਆਪਾਂ ਕਹਿ ਦਿੰਦੇ ਆ। ਤੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ਾ ਵੀ ਆਪਣੇ ਪਿੰਡ ਦੇ ਵਿੱਚ, ਆਪਣੇ ਇਲਾਕੇ ਦੇ ਵਿੱਚ ਇੱਕ ਦੁਕਾਨਦਾਰ ਨੇ। ਕੁਦਰਤੀ ਗੱਲ ਆ, ਚਲੋ ਵਾਹਿਗੁਰੂ ਭਲਾ ਕਰੇ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੁਕਾਨਦਾਰ ਨੇ ਨਾ, ਤਾਂ ਉਹ ਦੁਕਾਨਦਾਰ ਨੇ ਜਿਨ੍ਹਾਂ ਨੂੰ ਆਪਾਂ ਅਮੀਰਾਂ ਦੇ ਵਿੱਚ ਗਿਣ ਸਕਦੇ ਆ। ਵਧੀਆ ਦੁਕਾਨਦਾਰ, ਟੌਪ ਦਾ ਦੁਕਾਨਦਾਰ। ਉਸੇ ਨਗਰ ਦੇ ਵਿੱਚ ਇੱਕ ਭਾਈ ਸਿੰਘਾਂ ਉੱਪਲ ਜੀ ਰਹਿੰਦੇ ਨੇ, ਤੇ ਸਿੰਘੇ ਉੱਪਲ ਦੇ ਘਰ ਤਾਂ ਰੋਟੀ ਵੀ ਨਹੀਂ ਬਣਦੀ। ਸਵੇਰੇ ਰੋਟੀ ਬਣ ਗਈ, ਸ਼ਾਮ ਦੀ ਫਿਕਰ ਆ, ਹੋ ਸਕਦਾ ਵੀ 2-4 ਡੰਗ ਲੰਘ ਹੀ ਜਾਣ, ਭੋਜਨ ਦਾ ਪ੍ਰਬੰਧ ਨਾ ਹੋਵੇ। ਪਰ ਗੁਰੂ ਪਾਤਸ਼ਾਹ ਜੀ ਦੇ ਜਿਹੜੀ ਜ਼ਿੰਦਗੀ ਦਾ ਹਾਦਸਾ ਉਹ ਇਹ ਵਾਪਰਿਆ ਵੀ ਇੱਕ ਵਧੀਆ ਦੁਕਾਨਦਾਰ ਭਾਈ ਲਹਿਣਾ ਜੀ
जे अपनी जिंदगी दे विच कुछ तब्दीली लेके आया, अपनी जिंदगी दे विच कुछ बदला लेके आया, तो वो एक गरीब मन करके ते आर्थिक पक्षों कमजोर भाई सिंहा उपल जी दे घर जाके बहुत कुछ सिख के आया सी, बड़ा ही कुछ सिख के आया। हुण सोचियो भी जिहड़ी अंदर दी निमरता, अंदर दा प्यार, अंदर दी गरीबी, अंदर दा भाव गुरु दा मत, गुरु दा ज्ञान वसिया होया, उस ज्ञान ने कोई बखावा नहीं कीता। बखावे तो रहत जिंदगी ने बाबा लैणा जी दी जिंदगी बदल के रखती। कल देवगां दा पुजारी, कल जगरात्यां ते गेड़े खाण वाला, अज गुरु दा ऐसा सिख बनिया, उन्होंने आपां कल्ला गुरु दा सिख नहीं कवांगे, वो खुद ही गुरु बन गया। बुझो भला हुण एक आर्थिक पक्षों वो बंदा कमजोर आ जिहड़ा मन करके बड़ा हंकारी है। आर्थिक पक्षों डाउन आ, माफ करना, इदां दा पक्ष नहीं भी नहीं डाउन है, पर उहनूं आपां गरीबी दा रुतबा नहीं दे सकदे। सच है ये भी बहुतियां वो गल्लां ने साडे समाज दे विच, शब्दावलियां ने जिन्हां नूं असीं बुझण तो बिना अपनी जिंदगी दे विच उल्ट वरत रहे हां। ते गुरु साहब ने कहा गरीबी गदा हमारी। गरीबी बंदे कोले बहुत वड्डी एक गदा भी है, एक शस्त्र भी है। ते पर जे आपां दुनियावी तौर ते आर्थिक पक्षों देखीए ते आर्थिक पक्षों कमजोर बंदा किहड़े हथियार चलाउण वाला हुंदा, वो हथियार नहीं चला सकदा, वो तुर भी नहीं सकदा, हथियार चलाउणा तां दूर दी गल आ। पर सीहे उपल दी गरीबी ने, मन दी गरीबी ने बाबा लैणा जी दा जीवन बदलता, साडा इतिहास दसदा। बस इत्थों हुण समझना गा आपां, मैं तां विचार कीती है थोड़ी जी भी कई बार गरीबी दी जदों गल आउंदी है, शायद साडा ध्यान आर्थिक पक्षों कमजोर व्यक्ति दे परिवार विच चला जांदा गा, उहनूं मालक ने गरीबी दा खिताब नहीं दिता गा। गुरु नानक साहब तां इवें ही बोलदे ना, नीचां अंदर नीच जात, नीची हूँ अत नीच, नानक तिनकै संग साथ, वड्डियां स्यों क्या रीस। हुण गुरु ने गल कीती है वड्डियां स्यों क्या रीस। हुण ये ध्यान च रखियो भी बाबे नानक दे तां बड़े बड़े लोग बहुत मित्र सी, पर आपां उन्हां नूं किधर भेजांगे। दुनी चंद सेठ वर्गे अमीर व्यक्ति आ, फिर उन्हां नूं आपां किधर घल्लांगे। जे बाबा बाणी च कहंदा वड्डियां स्यों क्या रीस, बाबे दा नाता जुड़िया होया किते ना किते वड्डियां नाल, राजियां नाल, महाराजियां नाल जुड़िया होया नाता, उन्हां नूं आपां किधर तोरांगे। पर इत्थे गुरु साहब ने ये लफज गुरबाणी दा केवल आर्थिक पक्षों दो धिरां ते नहीं वरतिया, इत्थे मन करके वरतिया। भी पातशाह कहंदे मन करके कौन नीच आ, मन करके कौन गरीब आ, मन करके कौन निमरता दे विच रहिंदा, मन करके। ते रोज अरदास विच कहने सिखां दा मन नीवा मत उच्ची, ते मन नीवा ही गरीबी है। हुण चलो वाहिगुरू ने इत्थे जिक्र कर दिता भी नीचा अंदर नीच जात, नीची हूँ अत नीच, नानक तिनकै संग साथ, वड्डियां स्यों क्या रीस। जिथे नीच संभाली अन्न, तिथे नदर तेरी बख्शीश। गुरु साहब कहते जिथे नीच है ना, गरीब आ, मन करके गरीब आ, उथे रब रहिंदा। आर्थिक पक्षों कमजोर बंदा हो सकदा हंकारी होवे, उहनूं की कहांगे। आर्थिक पक्षों अमीर बंदा, सच्चाई है बहु गिणती उन्हां लोकां दी जिहड़े हंकारी हुंदे ने, पर आर्थिक पक्षों अमीर होण दे बावजूद मक्खण शाह लवाणे वर्गे, लखी शाह बनजारे वर्गे, दुनी चंद सेठ वर्गे किन्नी वो व्यक्ति ने जिन्हां दी आपां लिस्ट अमीरां दे नामां विच गिण सकदे हां, पर वो मन करके गरीब सी। गुरु साहब कहंदे जिहड़े मन करके नीच है ना, निमरता विच रहिंदे ने, मेरी नदरी उन्हां ते आ। वो भावें सरीरक तल ते अमीर आ ते भावें सरीरक तल ते आर्थिक पक्षों कमजोर ने। बस मैनूं लगदा भी तुसीं इस गल नूं समझ गए।
ਵੀ ਗੁਰੂ ਸਾਹਿਬ ਜੀ ਕਿਹੜੀ ਗਰੀਬੀ ਦੀ ਗੱਲ ਕਰਦੇ ਆ, ਕਿਹੜੀ ਨੀਚਤਾ ਦੀ ਗੱਲ ਕਰਦੇ ਆ। ਗੁਰਦੇਵ ਪਾਤਸ਼ਾਹ ਸਾਨੂੰ ਨੰਗ ਮਲੰਗ ਨਹੀਂ ਰੱਖਣਾ ਚਾਹੁੰਦੇ, ਇਹ ਧਿਆਨ ਰੱਖਿਓ। ਗੁਰੂ ਸਾਡਾ ਅਜਿਹਾ ਨਹੀਂ ਹੈ ਵੀ ਸਾਨੂੰ ਐਵੇਂ ਨੰਗ ਭੁੱਖ ਜੀ ਨਾਲ ਘੁਲਣ ਦੀ ਆਦਤ ਸਿਖਾਊਗਾ, ਨਾ 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 ਨਾ। ਸਾਡਾ ਗੁਰੂ ਵੀ ਸ਼ਾਹ, ਤੇ ਗੁਰੂ ਆਪਣੇ ਸਿੱਖ ਨੂੰ ਵੀ ਸ਼ਾਹ ਬਣਾਉਂਦਾ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਹੁਣ ਇਹਦਾ ਮਤਲਬ ਕੀ ਹੋਇਆ ਵੀ ਜਦੋਂ ਗੱਲ ਗਰੀਬੀ ਦੀ ਆਊਗੀ ਤੇ ਆਪਾਂ ਆਪਣੇ ਧਿਆਨ ਨੂੰ ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਤੇ ਨਹੀਂ ਲੈ ਕੇ ਜਾਣਾ। ਜਦੋਂ ਗੱਲ ਅਮੀਰੀ ਦੀ ਆਊ ਤਾਂ ਉਦੋਂ ਵੀ ਮਨ ਕਰਕੇ ਅਮੀਰੀ ਦੀ ਆਊਗੀ, ਤਾਂ ਉਦੋਂ ਆਪਣੇ ਮਨ ਨੂੰ ਆਪਾਂ ਦੁਨਿਆਵੀ ਤਲ ਤੇ ਆਰਥਿਕ ਪੱਖੋਂ ਅਮੀਰ ਵਿਅਕਤੀ ਦੇ ਘਰ ਨਹੀਂ ਲੈ ਕੇ ਜਾਣਾ। ਇਸ ਗੱਲ ਨੂੰ ਆਪਾਂ ਸਮਝਣਾ। ਹੁਣ ਰਹਾਉ ਦੀ ਤੁਕ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਦੀਨਾਨਾਥ ਦਇਆਲ ਪ੍ਰਭ ਮੇਰੇ, ਦੀਨਾਨਾਥ ਦਇਆਲ। ਹੁਣ ਗੁਰੂ ਸਾਹਿਬ ਜੀ ਕਹਿੰਦੇ, ਹੇ ਮੇਰੇ ਮਾਲਕ ਜੀ, ਤੁਸੀਂ ਗਰੀਬਾਂ ਦੇ ਸਹਾਰਾ ਹੋ, ਨਿਮਰਤਾ ਵਿੱਚ ਜ਼ਿੰਦਗੀ ਜਿਉਣ ਵਾਲਿਆਂ ਦੇ ਤੁਸੀਂ ਮਾਲਕ ਹੋ। ਮੇਰੇ ਸੁਆਮੀ ਜੀ, ਮੈਂ ਤੇਰੇ ਸੰਤ ਜਨਾਂ ਦੀ ਚਰਨ ਧੂੜ ਮੰਗਦਾ ਹਾਂ, ਨਾਨਕ ਨਾਮ ਧਿਆਏ। ਮੈਂ ਨਾਨਕ ਤੇਰੇ ਨਾਮ ਨੂੰ ਧਿਆਉਂਦਾ ਹਾਂ। ਜਾਂਚੂ ਸੰਤਰਵਾਲ, ਦੀਨਾਨਾਥ ਦਇਆਲ ਪ੍ਰਭ ਮੇਰੇ, ਦੀਨਾਨਾਥ ਦਇਆਲ ਜਾਂਚੂ ਸੰਤ ਰਵਾਲ। ਮੈਂ ਮੰਗਦਾ ਹਾਂ, ਕੀ ਮੰਗਦਾ ਹਾਂ? ਤੇਰੇ ਸੰਤ ਜਨਾਂ ਦੀ ਚਰਨ ਧੂੜ। ਤੇ ਚਰਨ ਧੂੜ ਦੀ ਜਦੋਂ ਗੱਲ ਆਉਂਦੀ ਆ, ਉਦੋਂ ਗੱਲ ਸਿੱਧੀ ਨਿਮਰਤਾ ਵੱਲ ਜਾਂਦੀ ਆ। ਚਰਨ ਧੂੜ ਦੀ ਜਦੋਂ ਵੀ ਗੱਲ ਆਉਂਦੀ ਹੈ ਨਾ, ਚਰਨ ਪੈਰ, ਧੂੜ ਪੈਰਾਂ ਦੀ ਧੂੜ, ਪੈਰਾਂ ਦੀ ਖਾਕ, ਤੇ ਪੈਰ ਸਾਡੇ ਹਾਨੀ ਖਾਕ ਤੇ ਮਿੱਟੀ ਤੇ। ਭਾਵ ਕੀ ਹੈ, ਉਦੋਂ ਵੀ ਗੱਲ ਬਸ ਆਪਾਂ ਸੌਖਾ ਕਹਿ ਲਈਏ, ਨਿਮਰਤਾ ਵੱਲ ਟੁੱਕ ਗਈ ਤੇ ਆਪਾਂ ਨਿਮਰਤਾ ਵਾਲਾ ਜੀਵਨ ਬਣਾਉਣਾ, ਪਿਆਰ ਵਾਲਾ ਜੀਵਨ ਬਣਾਉਣਾ। ਆਪਣੇ ਅੰਦਰ ਨੂੰ ਗਰੀਬੀ ਕਦਾ ਬਣਾਉਣੀ ਹੈ, ਆਪਣੇ ਅੰਦਰ ਨੂੰ ਆਪਾਂ ਇਦਾਂ ਦਾ ਜੀਵਨ ਘੜਨਾਗਾ ਵੀ ਸਾਡੀ ਜ਼ਿੰਦਗੀ 'ਚ ਬਸ ਨਿਮਰਤਾ ਪਿਆਰ ਤੋਂ ਬਿਨਾਂ ਹੋਰ ਕੁਝ ਵੀ ਨਾ ਹੋਵੇ। ਦੂਸਰਾ ਨਾਲ ਮੈਂ ਪੁਆਇੰਟ ਕਹਿ ਦੇਵਾਂ, ਗੁਰੂ ਸਾਹਿਬ ਨੇ ਨਿਮਰਤਾ ਦੀ ਗੱਲ ਕੀਤੀ ਹੈ ਪਰ ਕਾਇਰਤਾ ਦੀ ਗੱਲ ਨਹੀਂ ਕੀਤੀ। ਕਈ ਵਾਰ ਅਸੀਂ ਬਾਹਰੀ ਤੌਰ ਤੇ ਆਪਣੇ ਜੀਵਨ ਨੂੰ ਨੀਵਾਂ ਨਾ ਬਣਾਉਣ ਦੀ ਪਰਿਭਾਸ਼ਾ ਨਾ ਸਮਝਦਿਆਂ ਹੋਇਆਂ ਕੈਰ ਕਰ ਲੈਂਦੇ ਆ, ਐਵੇਂ ਹੱਥ ਜੇ ਬੰਨੀ ਜਾਂਦੇ ਆ, ਐਵੇਂ ਮਤਲਬ ਕੁੱਤੇ ਵਾਂਗੂ ਲੱਤਾਂ 'ਚ ਪੂਛ ਜੀ ਆਪਣੀ ਲੈ ਲੈਂਦੇ ਆ। ਇਹ ਕੰਮ ਸਾਨੂੰ ਗੁਰੂ ਨੇ ਨਹੀਂ ਸਿਖਾਇਆ। ਬਸ ਇਸ ਗੱਲ ਨੂੰ ਸਮਝਿਓ, ਰਹਾਓ। ਅੱਗੇ ਗੁਰੂ ਸਾਹਿਬ ਕਹਿੰਦੇ ਨੇ, ਪ੍ਰਭ ਜਨਮ ਮਰਨ ਨਿਵਾਰ। ਤੇ ਫਿਰ ਜਿਨ੍ਹਾਂ ਨੇ ਉਸ ਮਾਲਕ ਤੋਂ ਮੱਤ ਲੈ ਕੇ ਆਪਣੇ ਆਪ ਨੂੰ ਨੀਵੇਂ ਪਣ ਵੱਲ ਲੈ ਜਾਂਦਾ, ਨਿਮਰਤਾ ਦੇ ਵਿੱਚ ਲੈ ਜਾਂਦਾ। ਇੱਕ ਗੱਲ ਚੇਤੇ ਰੱਖਿਓ, ਮੈਂ ਵਿੱਚੋਂ ਫਿਰ ਇੱਕ ਇਸ਼ਾਰਾ ਕਰਨ ਲੱਗਿਆ। ਨਿਮਰਤਾ ਦੀ ਕੀ ਨਿਸ਼ਾਨੀ ਹੈ? ਨਿਮਰਤਾ ਦੀ ਨਿਸ਼ਾਨੀ ਹੈ ਮਨੁੱਖ ਦੇ ਜੀਵਨ ਚੋਂ ਅੰਦਰੋਂ ਨਾ ਮੈਂ ਹਉਮੈ ਮਰ ਜਾਂਦੀ ਆ। ਮੈਂ ਮਰ ਗਈ, ਹਉਮੈ ਮਰ ਗਈ। ਤੇ ਜਿਹੜੀ ਹਉਮੈ ਆ ਨਾ, ਇਹ ਬੜੀ ਸਾਡੀ ਜ਼ਿੰਦਗੀ ਦੀ ਵੱਡੀ ਦੁਸ਼ਮਣ ਆ। ਬਹੁਤ ਸਾਡੇ ਕਾਰਜਾਂ ਵਿੱਚ ਵਿਘਨ ਪਾ ਦਿੰਦੀ ਆ। ਮੰਨ ਲਵੋ ਇੱਕ ਉਦਾਹਰਨ, ਹਉਮੈ ਇੰਨਾ ਨੁਕਸਾਨ ਕਰਦੀ ਆ, ਧੀ ਵਾਲਿਆਂ ਦਾ ਪਰਿਵਾਰ ਅਤੇ ਪੁੱਤ ਵਾਲਿਆਂ ਦਾ ਪਰਿਵਾਰ ਦੋਵੇਂ ਬਰੋਬਰ ਦੀਆਂ ਧਿਰਾਂ ਨੇ, ਬਰੋਬਰਤਾ। ਪਰ ਜਿਹੜੀ ਹਉਮੈ ਆ ਨਾ, ਇਹ ਪੁੱਤ ਵਾਲਿਆਂ ਦੇ ਅੰਦਰ ਦਿਮਾਗ ਦੇ ਵਿੱਚ, ਧੌਣ ਦੇ ਵਿੱਚ ਐਸਾ ਕਿੱਲਾ ਬਣ ਜਾਂਦੀ ਆ, ਵਾਹਿਗੁਰੂ ਭਲਾ ਕਰੇ, ਇਹ ਨੀਵੇਂ ਨਹੀਂ ਹੋਣ ਦਿੰਦੀ। ਹਰ ਟਾਈਮ ਆਕੜ, ਹਰ ਟਾਈਮ ਆਕੜ 'ਚ ਗੱਲ ਕਰਨੀ, ਹਰ ਟਾਈਮ ਫੁਕਾਰੇ ਮਾਰਨੇ।
ਅਸੀਂ ਲੜਕੇ ਵਾਲੇ ਆ, ਅਸੀਂ ਵੱਡੇ ਆ। ਧੀ ਵਾਲਿਆਂ ਦਾ ਸਿਰ ਨੀਵਾਂ ਹੁੰਦਾ, ਪੁੱਤ ਵਾਲਿਆਂ ਦਾ ਸਿਰ ਉੱਚਾ ਹੁੰਦਾ। ਸਿਰ ਕੱਲਾ ਉੱਚਾ ਕਿ ਗੁਰੂ ਜੀ ਕੁਛ ਪੱਲੀ ਨਾ ਹੋਵੇ, ਇਹ ਵੀ ਗੱਲ ਦੇਖਣੀ ਪੈਣੀ। ਜੇ ਕੁਛ ਪੱਲੀ ਨਹੀਂ, ਕੱਲਾ ਸਿਰ ਉੱਚਾ ਵੀ ਕੀ ਕਰੂਗਾ। ਸਗੋਂ ਹੋਣਾ ਕਿਵੇਂ ਚਾਹੀਦਾ ਸੀ, ਹੋਣਾ ਕਿਵੇਂ ਚਾਹੀਦਾ ਸੀ। ਫਿਰ ਆਪਾਂ ਨੂੰ ਪਤਾ ਵੀ ਪੁੱਤ ਵਾਲਿਆਂ ਦੀ ਜਿਹੜੀ ਆਵਾਜ਼ ਆ, ਉਹਨਾਂ ਦੀ ਬੋਲੀ ਆ, ਉਹਨਾਂ ਦਾ ਜਿਹੜਾ ਰਹਿਣਾ ਸਹਿਣਾ, ਉਹ ਹੰਕਾਰੀ ਮੱਤ ਨਾਲ ਜੁੜਿਆ ਹੁੰਦਾ। ਤੁਰਨ ਦੇ ਵਿੱਚ ਫਰਕ, ਬੋਲਣ 'ਚ ਫਰਕ, ਕੁਝ ਕਰਨ 'ਚ ਫਰਕ। ਹਰ ਟਾਈਮ ਵੱਡੇ 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 ਹਉਮੈ ਹਉਮੈ ਅੰਦਰ ਗੇੜਾ ਖਾਈ ਜਾਂਦੀ ਆ। ਤੇ ਪਰ ਹੋਣਾ ਕਿਵੇਂ ਚਾਹੀਦਾ ਸੀਗਾ, ਹੰਕਾਰ ਤੋਂ ਰਹਿਤ ਜੀਵਨ। ਧੀ ਵਾਲਿਆਂ ਨੂੰ ਇੰਨਾ ਕੁ ਹੌਸਲਾ ਦਿੰਦੇ ਵੀ ਨਹੀਂ, ਤੁਹਾਡੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ। ਵਾਹਿਗੁਰੂ ਨੇ ਧੀ ਦਾ ਬਾਪ ਕਹਿੰਦਾ, ਵਾਹਿਗੁਰੂ ਨੇ ਤੁਹਾਨੂੰ ਪੁੱਤ ਦੇਤਾ, ਤੇ ਇਹ ਪੁੱਤ ਨਾ ਮੇਰੇ ਲਈ ਦਿੱਤਾ, ਮੇਰੀ ਧੀ ਲਈ ਦਿੱਤਾ। ਚੰਗਾ ਹੋ ਗਿਆ, ਆਪਣਾ ਮੇਲ ਹੋ ਗਿਆ। ਤੇ ਪੁੱਤ ਵਾਲਿਆਂ ਦਾ ਪਰਿਵਾਰ ਕੀ ਕਹਿੰਦਾ, ਜਾਣੀ ਕਿ ਲੜਕੇ ਦਾ ਬਾਪ, ਵਾਹਿਗੁਰੂ ਜੀ ਨੇ ਤੁਹਾਨੂੰ ਬੇਟੀ ਦਿੱਤੀ ਆ, ਇਹ ਬੇਟੀ ਮੇਰੀ ਆ। ਇਹ ਬੇਟੀ ਦਾ ਜਨਮ ਭਾਵੇਂ ਮੇਰੇ ਘਰੇ ਨਹੀਂ ਹੋਇਆ, ਪਰ ਮੇਰੀ ਧੀ ਤਾਂ ਹੈ ਨਾ, ਧੀ ਤਾਂ ਬਣ ਗਈ ਨਾ ਮੇਰੀ। ਉਹਨਾਂ ਦਾ ਆਪਸੀ ਪਿਆਰ ਇਸ ਤਰ੍ਹਾਂ ਦਾ ਬਣਨਾ ਸੀ ਨਾ, ਜਿਵੇਂ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ, ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੀਬੀ ਵੀਰੋ ਜੀ ਦਾ ਪਤੀ ਅਤੇ ਉਹਨਾਂ ਦਾ ਸਹੁਰਾ ਸਾਹਿਬ, ਸਹੁਰਾ ਪਿਤਾ ਕਹਿ ਲੋ, ਹੱਥ ਬੰਨ੍ਹ ਕੇ ਬੇਨਤੀ ਕਰਦੇ ਨੇ। ਕੀ ਬੇਨਤੀ ਕਰਦੇ ਨੇ, ਸਾਡੇ ਕੋਲੇ ਤੁਹਾਡੀ ਸੇਵਾ ਕਰਨ ਦੇ ਲਈ ਕੋਈ ਵੀ ਵੱਡਾ ਸਾਧਨ ਨਹੀਂ ਹੈ, ਪ੍ਰੋਜੈਕਟ ਨਹੀਂ ਹੈ। ਅਸੀਂ ਮਨ ਭਾਉਂਦੀ ਸੇਵਾ ਤੁਹਾਡੀ ਕਰੀਏ, ਅਸੀਂ ਮਨ ਭਾਉਂਦੀ ਤੁਹਾਡੀ ਸੇਵਾ ਕਰ ਸਕੀਏ। ਪਰ ਚੇਤਾ ਰੱਖਿਓ, ਸਤਿਗੁਰਾਂ ਨੇ ਆਪਣੀ ਗਲਵੱਕੜੀ ਦੇ ਵਿੱਚ ਲੈ ਲਿਆ ਸੀ ਦੋਵਾਂ ਜਾਣਿਆਂ ਨੂੰ, ਆਪਣੇ ਘਰ ਦੇ ਵਿੱਚ ਹੋਣ ਵਾਲੇ ਜਵਾਈ ਨੂੰ ਅਤੇ ਉਹਨਾਂ ਦੇ ਬਾਪ ਨੂੰ। ਗਲ ਵਿੱਚ ਲੈ ਲਿਆ ਨਾ, ਗਲਵੱਕੜੀ ਵਿੱਚ ਲੈ ਲਿਆ। ਕੀ ਦੱਸਿਆ ਸੀ, ਤੁਹਾਡੇ ਵਿੱਚ ਤੇ ਸਾਡੇ ਵਿੱਚ ਕੋਈ ਅੰਤਰ ਨਹੀਂ ਹੈ, ਕੋਈ ਫਰਕ ਨਹੀਂਗਾ। ਇਹਨੂੰ ਕਹਿੰਦੇ ਆ ਪਿਆਰ, ਨਿਮਰਤਾ, ਗਰੀਬੀ। ਤੇ ਜੇ ਮੰਨ ਕੇ ਚਲੋ ਹੁਣ ਦੋਵਾਂ ਧਿਰਾਂ ਦੇ ਵਿੱਚ ਆਕੜ ਹੋਵੇ ਤਾਂ ਗੱਲ ਬਣਦੀ ਨਹੀਂ। ਤੇ ਇੱਥੇ ਤਾਂ ਫਿਰ ਕੁੜਮਾਚਾਰੀ ਦੇ ਵਿੱਚ ਵੀ ਬਹੁਤ ਵੱਡੀ ਸਾਡੇ ਹੰਕਾਰੀ ਭਾਵਨਾ ਬਣ ਜਾਂਦੀ ਆ। ਪਰ ਇਹ ਤੀਜੇ ਪਾਤਸ਼ਾਹ ਤੋਂ ਆਪਾਂ ਮਤ ਲੈ ਸਕਦੇ ਆ ਵੀ ਤੀਜੇ ਪਾਤਸ਼ਾਹ ਦੇ ਅੰਦਰ ਦੂਜੇ ਪਾਤਸ਼ਾਹ ਦੇ ਪ੍ਰਥਾਏ ਕੀ ਖਿਆਲ ਚੱਲਦੇ ਹੋਣਗੇ, ਹੰਕਾਰੀ ਮਤ ਜਾਂ ਪਿਆਰ ਵਾਲੀ ਮਤ, ਜਾਂ ਨੀਚਾਂ ਅੰਦਰ ਨੀਚ ਜਾਤ ਵਾਲਾ ਪੱਖ ਚੱਲਦਾ ਹੋਊਗਾ। ਬਸ ਉਹ ਇਤਿਹਾਸ ਨੂੰ ਸੁਣ ਪੜ੍ਹ ਕੇ ਤਾਂ ਇਉਂ ਲੱਗਦਾ ਵੀ ਉਹਨਾਂ ਦੇ ਜੀਵਨ 'ਚ ਨਿਮਰਤਾ, ਪਿਆਰ, ਨੀਚਾਂ ਅੰਦਰ ਨੀਚ ਜਾਤ ਵਾਲਾ ਗੁਣ ਬਹੁਤ ਵੱਡਾ ਸੀ। ਅੱਜ ਸਾਡੇ ਅੰਦਰ ਵੀ ਆ ਜਾਵੇ। ਚਲੋ ਆਪਾਂ ਥੋੜਾ ਜਿਹਾ ਮੰਨਿਆ ਵੀ ਗੁਰੂ ਸਾਹਿਬ ਕੀ ਕਹਿੰਦੇ ਨੇ, ਵੀ ਸਾਡੇ ਅੰਦਰ ਨਾ ਜਿਹੜੀ ਭਾਵਨਾ ਕੀ ਵੀ ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼, ਉਥੇ ਆਰਥਿਕ ਪੱਖੋਂ ਗਰੀਬ ਨੂੰ, ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਨੂੰ ਨਹੀਂ ਕਿਹਾਗਾ। ਭਾਵ ਉਥੇ ਅੰਦਰ ਦੀ ਗਰੀਬੀ ਵੱਲ ਇਸ਼ਾਰਾ ਕੀਤਾ। ਜਿਨ੍ਹਾਂ ਦੇ ਅੰਦਰ ਨਿਮਰਤਾ, ਗਰੀਬੀ, ਪ੍ਰੇਮ, ਸੁਭ ਗੁਣ ਨੇ, ਉਥੇ ਗੁਰੂ ਸਾਹਿਬ ਨੇ ਕਿਹਾ ਉਥੇ ਮੇਰੀ ਨਦਰ ਆ ਪਾਈ। ਠੀਕ ਆ, ਉਹ ਇੱਕ ਗੱਲ ਜੁਦਾ, ਅਲੱਗ ਵਿਸ਼ਾ, ਅਲੱਗ ਮੈਟਰ ਆ ਵੀ ਕਈ ਵਾਰ ਬੰਦਾ ਆਰਥਿਕ ਪੱਖੋਂ ਗਰੀਬ ਗੁਰੂ ਨਾਲ ਸਹਿਜੇ ਜੁੜ ਜਾਂਦਾ, ਬਹੁਤਾ ਜ਼ੋਰ ਨਹੀਂ ਲਾਉਣਾ ਪੈਂਦਾ। ਪਰ ਬਹੁਤੇ ਆਰਥਿਕ ਪੱਖੋਂ ਕਮਜ਼ੋਰ ਉਹ ਲੋਕ ਹੁੰਦੇ ਨੇ ਜਿਹੜੇ ਗੁਰੂ ਦੀ ਗੱਲ ਸੁਣ ਕੇ ਰਾਜੀ ਨਹੀਂ ਹੁੰਦੇ, ਕਮਜ਼ੋਰ ਨੇ, ਪਰ ਹੰਕਾਰ ਅੰਦਰ ਬਹੁਤ ਜ਼ਿਆਦਾ ਹੁੰਦਾਗਾ। ਤਾਈਓ ਗੁਰੂ ਸਾਹਿਬ ਨੇ ਕਿਹਾਗਾ ਫਿਰ ਭਾਈ ਜਨਮ ਮਰਨ ਉਹਨਾਂ ਦਾ ਕੱਟਿਆ ਜਾਂਦਾਗਾ, ਉਹਨਾਂ ਤੇ ਬਖਸ਼ਿਸ਼ ਹੁੰਦੀ ਆ ਜਿਨ੍ਹਾਂ ਨੇ ਅੰਦਰ ਦੀ ਗਰੀਬੀ, ਅੰਦਰ ਦੀ ਨਿਮਰਤਾ ਆਪਣੇ ਜੀਵਨ 'ਚ ਲੈ ਆਂਦੀ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਗਹਿ ਚਰਨ ਸਾਧੂ ਸੰਗ। ਮੈਂ ਗੁਰੂ ਦੇ ਚਰਨ ਫਕੜ ਲੈ, ਗੁਰੂ ਦੇ ਚਰਨ ਫੜ ਲੈ, ਤੇ ਹੁਣ ਮੈਂ ਗੁਰੂ ਦੇ ਚਰਨ ਨਹੀਂ ਛੋਡਾਂਗਾ। ਮਨ ਮਿਸ਼ਟ ਹਰ ਹਰ ਰੰਗ ਕਰ ਦਇਆ, ਲਿਹੋ ਲੜ ਲਾਏ, ਨਾਨਕਾ ਨਾਮ ਧਿਆਏ।
फिर पातशाह ने जिक्र किया, कहते मन मिष्ट हर हर रंग। मन नूं मेरे नूं चंगा लगन लग गया। देखो गल तां सारी मन ती आ। मन साडे जीवन दा, साडी जिंदगी दा, साडे शरीर दा एक बहुत वड्डा अहम हिस्सा। इस हिस्से नूं ना आपां इउं भी वंड सकदे आ, पूरे शरीर नूं एक पासे कर लो ते मन नूं कल्ले नूं एक पासे कर लो। पूरे शरीर दे नालों हो सकदा है वध के अपनी पावर रखदा होवे, अपनी ताकत रखदा होवे मन, पर नज़र नहीं आउंदा, वेखदा नहीं, ताकत बहुत रखदा गा। जिवें रब जी है ना, परमात्मा जी ने नज़र आउंदे ने, रूप ना रंग ना रेख ना कुछ भी नहीं है। ਉਹ परमात्मा किसी रूप किसी रंग किसी आकार विच नज़र नहीं आउंदा, पर गुरुदेव पातशाह जी कहंदे ना वो ताकत सब तो वड्डी रखदा अपनी। जन्म दी मरण दी सारी ताकत उहदे कोले आ, उसे कोले आ। एक परमात्मा तो बिना होर किसी कोले नहीं है, एडा वड्डा कलाधारी आ। हुण गुरु साहब जी कहंदे इवें जिवें मन नूं एक बन्ने कर लो ते तन नूं एक बन्ने कर लो, तन नालों वध के अपनी डोज अपनी ताकत रखदा गा। हुण सतगुरु पातशाह जी कहंदे मेरा मन जे भले कम्मां दे विच लग जावे तां बहुत वधिया गल आ। मन मिष्ट हर हर रंग, मिष्ट तो भाव है मिठा। मेरे मन ने प्रभु परमात्मा दे नाम नूं मिठा करके मन लिया। ते आपां अरदास दे विच भी रोज पढ़दे सुनदे आ भी गुरु दे सिखां ने, गुरु दे सेवकां ने, गुरु दियां प्यारियां बच्चियां ने, पुरातन ਸਿੰਘਣੀਆਂ ने उस मालक दे वचन नूं ना मिठा करके मन्निया। तेरा भाणा मिठा मिठा करके मन्निया, उहदा हुक्म। ना कोई ਸਿੰਘਣੀ डोली आ ते ना कोई ਸਿੰਘ डोलिया, जानी कि मिठा करके मन्निया कि असीं भाणा। भाणा मीनज हुक्म, गुरु दी रजा, रब दी रजा, रब दी रजा नूं मिठा करके मन्निया। काश कदे साडा मन आ जिहड़ा ये गुरु दे हुक्म नूं, गुरु दे नाम नूं, प्रभु परमात्मा दे नाम नूं मिठा करके मन्नण लग जावे, जिंदगी बहुत वड्डे पद्धर ते बदल सकदी आ जे मन मिठा करके मन्ने। अच्छा जे तन मिठा करके मन्ने शायद फिर जिंदगी दे विच असली रस नहीं आवेगा, बकवका स्वाद होवेगा, कौड़ा स्वाद होवेगा। इस स्वाद विचों जिंदगी नूं कुछ संतुष्टि नहीं मिलेगी जे शरीर नूं जोड़ांगे। वाहिगुरू भला करे, बिरलिਆਂ ਨੂੰ ਛੱਡ ਕੇ ਬਹੁਤੇ ਉਹ ਸਰੀਰ ਹੁੰਦੇ ਨੇ ਜਿਹੜੇ ਕੇਵਲ ਗੁਰੂ ਨਾਲ ਸਰੀਰ ਹੀ ਜੁੜੇ ਹੁੰਦੇ ਨੇ, ਅੰਦਰ ਪਿਆਰ ਨਹੀਂ ਹੁੰਦਾਗਾ। ਕੱਲਾ ਸਰੀਰ ਜੁੜਿਆ ਹੋਇਆਗਾ, ਅੰਦਰ ਪਿਆਰ ਨਹੀਂ ਹੁੰਦਾ। ਮਾਫ ਕਰਨਾ, ਜੇ ਅੰਦਰ ਪਿਆਰ ਨਹੀਂ ਤਾਂ ਉੱਥੇ ਮੰਨਿਆ ਜਾਊਗਾ ਵੀ ਫਿਰ ਭਾਈ ਮਨ ਕਰਕੇ ਬੰਦੇ ਨੇ ਪ੍ਰਭੂ ਦੇ ਨਾਮ ਨੂੰ, ਪ੍ਰਭੂ ਦੀ ਰਜ਼ਾ ਨੂੰ, ਪ੍ਰਭੂ ਦੇ ਭਾਣੇ ਨੂੰ ਨਹੀਂ ਮਿੱਠਾ ਕਰਕੇ ਮੰਨਿਆ। गुरु साहब जी कहते ना फिर माना जेड़ा ये मन लवे भी परमात्मा जी तेरा हुक्म, तेरी रजा, तेरा नाम मैनू मिठा लगदा गा। माई चरण गुर मीठे। हुण जिन्हां दा शरीर जुड़िया उन्हां नूं परमात्मा दा नाम मिठा नहीं लगेगा, ये गारंटी आ। हुण अज गिणती तां वाहिगुरू भला करे दुनिया दे विच साडे समाज दे विच बहुत आ गई, पर वो गिणती नूं भी की करांगे जिन्हां नूं प्रभु परमात्मा दा, अकाल पुरख दा नाम मिठा नहीं लगदा, ओहदे गुण चंगे नहीं लगदे, ओहदी गल सुननी वधिया नहीं लगदी, ओहदी गल करनी सुननी फायदेमंद नहीं लगदी, मिठी नहीं लगदी। ते बाणी विच इक नहीं अनेक हवाले दिते ने पातशाह ने। गुरु साहब जी कहंदे ने माई चरण गुर मीठे, जे आपां इउं भी पढ़दे आ अमृत बाणी ये बड़ी प्यारी आ, मीठी आ, मीठी धार जित पीती। जिन्हां ने मतलब किस बाणी नूं चखिया
ਤਿਸ ਮੋਖ ਦੁਆਰ, ਜਿਨ ਪੀਤੀ ਤਿਸ, ਜਿਨ੍ਹਾਂ ਨੇ ਚੱਖ ਲਈ ਤਿਸ ਮੋਖ ਦੁਆਰ। ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਾ ਉਹਨਾਂ ਦਾ ਜੀਵਨ ਵਿਸ਼ੇ ਵਿਕਾਰਾਂ ਤੋਂ ਮੁਕਤ ਹੋ ਜਾਂਦਾ, ਇੰਨਾ ਫਾਇਦਾ ਕਰ ਜਾਂਦੀ ਆ, ਇੰਨਾ ਜੀਵਨ ਵਿੱਚ ਬਦਲਾਅ ਲਿਆਉਂਦੀ ਆ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ, ਜਾਂ ਆਪਾਂ ਇਉਂ ਵੀ ਕਹਿੰਦੇ ਆ ਪਰਮ ਗਤ ਮੇਰੀ। ਇਹਨੂੰ ਸੁਣ ਕੇ, ਇਹਨੂੰ ਮੰਨ ਕੇ ਮੈਂ ਪਰਮ ਗਤੀ ਤੱਕ ਪਹੁੰਚ ਜਾਂਦਾ ਹਾਂ। ਪਾਤਸ਼ਾਹ ਜੀ ਬੜੇ ਅਮੋਲਕ ਬਚਨ ਸਾਡੀ ਝੋਲੀ ਵਿੱਚ ਪਾਉਂਦੇ ਨੇ। ਹਮਾਰੀ ਪਿਆਰੀ ਅੰਮ੍ਰਿਤ ਤਾਰੀ, ਇਉਂ ਵੀ ਕਹਿੰਦੇ ਆ ਮਾਲਕ ਜੀ ਮੈਨੂੰ ਬੜੀ ਚੰਗੀ ਲੱਗਦੀ ਆ ਹਮਾਰੀ ਪਿਆਰੀ ਅੰਮ੍ਰਿਤ ਤਾਰੀ। ਗੁਰਨਿਮਖ ਨਾ ਮਨ ਤੇ, ਇਹਨੂੰ ਦੂਰ ਨਾ ਕਰ। ਗੁਰਨਿਮਖ ਨਾ ਮਨ ਤੇ ਟਾਰੀ ਰੇ, ਇਹਨੂੰ ਦੂਰ ਨਾ ਕਰ। ਇਹ ਅੰਮ੍ਰਿਤ ਬਾਣੀ ਨੂੰ ਮਨ ਦੇ ਨੇੜੇ ਲੈ ਕੇ ਜਾ। ਸੋ ਇਹ ਗੁਰੂ ਜਾਣਦਾ ਵੀ ਅਸੀਂ ਮਨ ਦੇ ਨੇੜੇ ਲਿਜਾਂਦੇ ਹਾਂ ਜਾਂ ਨਹੀਂ ਲਿਜਾਂਦੇ, ਕਿ ਸਾਡੇ ਤਨ ਦੇ ਨੇੜੇ ਆ। ਬਹੁਤੇ ਆਪਾਂ ਨੂੰ ਪਤਾ ਨਾ ਵੀ ਹੱਥਾਂ ਤੇ ਵੀ ਇੱਕ ਓੰਕਾਰ ਲਿਖਵਾ ਲਈ, ਸਤਨਾਮ ਵਾਹਿਗੁਰੂ ਲਿਖਵਾ ਲਿਆ। ਕੁਝ ਵੀ ਮੰਨ ਲਈਏ ਆਪਾਂ, ਕੁਝ ਵੀ ਲਿਖਵਾ ਲਿਆ। ਕੋਈ ਪ੍ਰਮਾਤਮਾ ਦਾ ਨਾਮ ਹਰ ਹਰ ਲਿਖਵਾ ਲਿਆ, ਓਮ ਲਿਖਵਾ ਲਿਆ, ਰਾਮ ਰਾਮ ਲਿਖਵਾ ਲਿਆ। ਕੀ ਹੋ ਜੂ? ਜਦੋਂ ਦਿਲ ਤੱਕ ਨਹੀਂ ਅੱਖਰ ਉਕਰਿਆ, ਹੱਥਾਂ ਤੇ ਅੱਖਰ ਲਿਖ ਕੇ, ਡੌਲਿਆਂ ਤੇ ਅੱਖਰ ਲਿਖ ਕੇ ਜ਼ਿੰਦਗੀ ਨਹੀਂ ਬਦਲੇਗੀ। ਵਾਹਿਗੁਰੂ ਭਲਾ ਕਰੇ। ਫਿਰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਬਸ ਮਨ ਤੇ ਆਪਣੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਲਿਖਣਾ। ਮਨ ਤੇ ਜਿੰਨਾ ਟਾਈਮ ਮਨ ਤੇ ਨਹੀਂ ਲਿਖਦੇ ਨਾ, ਉਨਾ ਟਾਈਮ ਸਾਡੀ ਜ਼ਿੰਦਗੀ ਸਵਸਥ ਨਹੀਂ ਬਣਦੀ। ਤਾਈਓ ਗੁਰੂ ਸਾਹਿਬ ਨੇ ਕਿਹਾ ਮਨ ਮਿਸ਼ਤ ਹਰ ਹਰ ਰੰਗ। ਪ੍ਰਭੂ ਪਰਮਾਤਮਾ ਦਾ ਨਾਮ ਆ ਜਿਹੜਾ, ਇਹ ਮੇਰੇ ਮਨ ਨੂੰ ਮਿੱਠਾ ਲੱਗਣ ਲੱਗ ਗਿਆ, ਮਨ ਨੂੰ। ਤੇ ਨਹੀਂ ਬੰਦੇ ਦੇ ਨਕਾਬ ਬਹੁਤ ਆ। ਆਪਾਂ ਸਾਰੇ ਜਾਣਦੇ ਨਾ ਗੁਰਬਾਣੀ ਦੇ ਵਿੱਚ ਇੱਕ ਪਾਵਨ ਸ਼ਬਦ ਆਉਂਦਾ, ਪਾਤਸ਼ਾਹ ਜੀ ਜ਼ਿਕਰ ਕਰਦੇ ਨੇ, ਕਹਿੰਦੇ ਜਿਹੜਾ ਬੰਦੇ ਦਾ ਸੁਭਾਅ ਨਾ ਉਹ ਇਸ ਤਰ੍ਹਾਂ ਦਾ ਗਾ, ਮਾਥੇ ਤਿਲਕ, ਹੱਥ ਮਾਲਾ ਬਾਨਾ, ਲੋਗਣ ਰਾਮ ਖਲਿਆਉਣਾ ਜਾਨਾ। ਗੁਰੂ ਸਾਹਿਬ ਜੀ ਕਹਿੰਦੇ ਬੰਦੇ ਦਾ ਸੁਭਾਅ ਆ। ਹੁਣ ਆਪਾਂ ਹੁਣੀ ਗੱਲ ਕੀਤੀ ਆ ਵੀ ਬੰਦੇ ਨੇ ਆਪਣੇ ਹੱਥਾਂ ਤੇ ਓੰਕਾਰ ਵਾਲੀ, ਸਤਨਾਮ ਵਾਲਿਆ, ਰਾਮ ਰਾਮ ਵਾਲਿਆ, ਕੁਝ ਵੀ ਲਿਖ ਲਿਆ ਪਰ ਅੰਦਰ ਨਹੀਂ ਲਿਖਿਆ। ਚੋਰਾਂ ਦੇ, ਠੱਗਾਂ ਦੇ, ਨਸ਼ਈਆਂ ਦੇ, ਵਸਈਆਂ ਦੇ ਤਨ ਤੇ ਇਦਾਂ ਦੇ ਅੱਖਰ ਆਪਾਂ ਨੂੰ ਲਿਖੇ ਮਿਲ ਜਾਂਦੇ ਨੇ। ਜ਼ਿੰਦਗੀ ਬਦਲ ਗਈ? ਨਹੀਂ ਬਦਲੀ। ਜੇ ਗੁਰੂ ਸਾਹਿਬ ਹੱਥਾਂ ਤੇ ਸਾਨੂੰ ਇਦਾਂ ਦੇ ਅੱਖਰ ਲਿਖਣ ਤੋਂ ਗੁਰਮਤ ਦੇ ਅਨੁਸਾਰ ਵਰਜ ਗਏ, ਰੋਕ ਗਏ, ਤਾਂ ਫਿਰ ਗੁਰੂ ਸਾਹਿਬ ਨੇ ਤਿਲਕ ਨੂੰ ਵੀ ਰੋਕਿਆ ਪਿਆ ਉਦੋਂ ਪਹਿਲਾਂ। ਇਹ ਤਿਲਕ ਲਾਉਣ ਦਾ ਵੀ ਕੋਈ ਫਾਇਦਾ ਨਹੀਂ। ਪਰ ਇੱਕ ਹੈਰਾਨੀ ਦੀ ਗੱਲ ਆ ਵੀ ਅੱਜ ਨਾ ਸਿੱਖ ਵੀ ਤਿਲਕ ਬੜੇ ਚਾਅ ਦੇ ਨਾਲ ਲਵਾਉਂਦੇ ਨੇ, ਚਾਹੇ ਸਵਾਹ ਦਾ ਹੋਵੇ, ਚਾਹੇ ਉਹ ਰੰਗ ਦਾ ਹੋਵੇ, ਚਾਹੇ ਉਹ ਕਿਸੇ ਵਸਾਰ ਦਾ ਹੋਵੇ, ਹਲਦੀ ਦਾ ਹੋਵੇ। ਕਹਿੰਦੇ ਲਾਓ ਲਾਓ, ਸਾਡੇ ਵੀ ਲਾਓ ਤਿਲਕ, ਅਸੀਂ ਵੀ ਇਸੇ ਲੈਣ 'ਚ ਲੱਗਣਾ। ਮਾਫ ਕਰਨਾ, ਇੱਥੇ ਕਿਹਾ ਜਾਊ ਸਿੱਖਾਂ ਦੇ ਦਿਮਾਗ ਦਾ ਗੁਰਬਾਣੀ ਨਾਲੋਂ ਟੁੱਟ ਕੇ ਦਿਵਾਲਾ ਨਿਕਲ ਗਿਆ। ਆਪਾਂ ਪਹਿਲਾਂ ਹੁਣੀ ਗੱਲ ਕਰਕੇ ਗਏ ਆ ਵੀ ਅਸਲ ਦੇ ਵਿੱਚ ਗਰੀਬੀ ਕੀ ਆ। ਆਰਥਿਕ ਪੱਖੋਂ ਕਮਜ਼ੋਰ ਹੋ ਗਿਆ ਬੰਦਾ, ਇਹਨੂੰ ਗਰੀਬੀ ਨਹੀਂ ਕਹਿੰਦੇ। ਮਾਫ ਕਰਨਾ, ਆਪਾਂ ਨੂੰ ਗੱਲ ਬੁਰੀ ਲੱਗੂਗੀ। ਆਰਥਿਕ ਪੱਖੋਂ ਕਮਜ਼ੋਰ ਬੰਦਾ ਹੰਕਾਰੀ ਆ, ਨਿਗਾਹ ਮਾਰ ਕੇ ਵੇਖ ਲਓ। ਆਰਥਿਕ ਪੱਖੋਂ ਬੰਦਾ ਕਮਜ਼ੋਰ ਵੀ ਆ ਤੇ ਆਕੜ ਵੀ ਬਹੁਤ ਆ। ਆਰਥਿਕ ਪੱਖੋਂ ਬੰਦਾ ਅਮੀਰ ਆ ਤੇ ਆਕੜ ਵੀ ਬਹੁਤ ਆ। ਆਰਥਿਕ ਪੱਖੋਂ ਅਮੀਰ ਹੈ ਦੁਨੀ ਚੰਦ ਸੇਠ ਵਰਗਾ ਤੇ ਗਰੀਬ ਬਹੁਤ ਆ। ਆਰਥਿਕ ਪੱਖੋਂ ਕਮਜ਼ੋਰ ਹੈ ਸਿੰਘੇ ਉੱਪਲ ਵਰਗਾ, ਰੋਟੀ ਸੁਬਾਹ ਬਣ ਗਈ ਸ਼ਾਮ ਨੂੰ ਬਣੀ ਨਹੀਂ ਤੇ ਅੰਦਰ ਨਿਮਰਤਾ ਫੇਰ ਵੀ ਬਹੁਤ ਆ। ਜਾਨੀ ਕਿ ਕੀ ਕਹੀਏ ਆਪਾਂ, ਪੂਰੇ ਇਤਿਹਾਸ ਨੂੰ, ਗੁਰਬਾਣੀ ਨੂੰ ਜਦੋਂ ਆਪਸ ਵਿੱਚ ਮਿਲ ਕੇ ਵੇਖਦੇ ਆ ਨਾ, ਬੜੀਆਂ ਸਾਨੂੰ ਗੁੱਝੀਆਂ ਰਮਜਾਂ, ਡੂੰਘੀਆਂ ਰਮਜਾਂ ਮਿਲਦੀਆਂ ਨੇ। ਇੱਥੇ ਗੁਰੂ ਸਾਹਿਬ ਨੇ ਕਿਹਾ ਪਰ ਬੰਦੇ ਨੇ ਆਪਣੇ ਦਿਲ ਤੇ, ਆਪਣੇ ਦਿਮਾਗ ਤੇ, ਆਪਣੀ ਸ਼ਕਲ ਤੇ ਇੱਕ ਨਕਾਬ ਚੜਾਇਆ। ਨਕਾਬ ਕਿਹੜਾ ਚੜਾਇਆਗਾ? ਮਾਥੇ ਤਿਲਕ, ਹੱਥ ਮਾਲਾ ਬਾਨਾ, ਲੋਗਣ ਰਾਮ ਖਲਾਉਣਾ ਜਾਨਾ। ਰੱਬ ਨੂੰ ਤਾਂ ਕਹਿੰਦੇ ਇੱਕ ਖਿਡੌਣੇ ਵਾਂਗੂ ਜਾਣਦਾ ਬੰਦਾ,
ਜਿਵੇਂ ਮਰਜ਼ੀ ਵਰਤ ਲਾ। ਤੇ ਸੱਚਾਈ ਆ, ਮੈਨੂੰ ਲੱਗਦਾ ਵੀ ਆਪਾਂ ਵਰਤਦੇ ਵੀ ਐਂ ਆ। 2 ਪੁਆਇੰਟ ਨੇ, ਇੱਕ ਚੰਗਾ ਬਣਨਾ ਹੁੰਦਾ, ਇੱਕ ਚੰਗਾ ਹੋਣਾ ਹੁੰਦਾ। ਚੰਗਾ ਬਣਨ ਦੇ ਵਿੱਚ ਤੇ ਚੰਗਾ ਹੋਣ ਦੇ ਵਿੱਚ ਧਰਤੀ ਅਸਮਾਨ ਦਾ ਫਰਕ ਆ। ਸਿੱਖ ਬਣਨ ਦੇ ਵਿੱਚ ਤੇ ਸਿੱਖ ਹੋਣ ਦੇ ਵਿੱਚ ਧਰਤੀ ਅਸਮਾਨ ਦਾ ਫਰਕ ਆ। ਬਣਨਾ ਕੀ ਆ, ਹੋਣਾ ਕੀ ਆ। ਬਣੇ ਤਾਂ ਆਪਾਂ ਸਾਰੀ ਮਤਲਬ ਕਿ ਚੰਗੇ ਆ। ਮੰਨ ਲਓ ਚੰਗਾ ਬੰਦਾ ਕਿਵੇਂ ਬਣਦਾ ਗਾ, ਵਿਆਹ ਕਹਿੰਦੇ ਹੁਣ ਤਾਂ ਨਿਸ਼ਾਨੀ ਦਾ ਪਤਾ ਨਹੀਂ ਲੱਗਣਾ ਵੀ ਇਹ ਸਿੱਖ ਨੇ, ਕਰੀਏ ਕੀ ਫਿਰ? ਕਹਿੰਦੇ ਫਿਰ ਬਾਹਰੀ ਤੌਰ ਤੇ ਰੀਤੀਆਂ ਤਾਂ ਆਪਾਂ ਨੂੰ ਸਾਰੀਆਂ ਸਿੱਖਾਂ ਵਾਲੀਆਂ ਕਰਨੀਆਂ ਪੈਣਗੀਆਂ। ਕਿਉਂ ਕਰਨੀਆਂ ਪੈਣਗੀਆਂ? ਕਹਿੰਦੇ ਫਿਰ ਸਾਡਾ ਪਤਾ ਨਹੀਂ ਲੱਗਣਾ ਵੀ ਇਹ ਸਿੱਖ ਆ। ਪਤਾ ਤਾਂ ਹੀ ਲੱਗੂ ਨਾ ਜੇ ਅਸੀਂ ਬਾਹਰੀ ਤੌਰ ਤੇ ਥੋੜਾ ਬਹੁਤਾ ਧਰਮ ਦੇ ਨਾਂ ਤੇ ਪਖੰਡ ਕਰਾਂਗੇ, ਅਡੰਬਰ ਕਰਾਂਗੇ। ਬੰਦੇ ਨੇ ਕੀਤਾ, ਮੌਤ ਹੋ ਗਈ, ਬੰਦੇ ਨੇ ਧਰਮ ਦੇ ਨਾਂ ਤੇ ਅਡੰਬਰ ਕੀਤਾ। ਬੰਦੇ ਨੇ ਗੁਰਦੁਆਰੇ ਜਾਣਾ, ਧਰਮ ਦੇ ਨਾਂ ਤੇ ਅਡੰਬਰ ਕੀਤਾ। ਮਾਫ ਕਰਨਾ, ਗੱਲਾਂ ਸੱਚੀਆਂ, ਦੁੱਖ ਲੱਗੂਗਾ ਪਰ ਚੱਲ ਲਿਓ। ਬੰਦੇ ਨੇ ਮੰਦਰ ਜਾਣਾ, ਮਸੀਤ ਜਾਣਾ, ਅਡੰਬਰ ਕੀਤਾ। ਘਰੇ ਕੁਝ ਹੋਰ ਆ, ਰਸਤੇ ਵਿੱਚ ਕੁਝ ਹੋਰ ਆ, ਤੇ ਧਰਮ ਦੀ ਜਗ੍ਹਾ ਵਿੱਚ ਜਾ ਕੇ ਕੁਝ ਹੋਰ ਆ। ਇਹ ਸਾਡਾ ਸੁਭਾਅ, ਮੇਰਾ ਵੀ ਸੁਭਾਅ ਆ। ਇਉਂ ਕਹਿ ਲੋ ਸਾਡੇ ਕੋਲੇ ਨਾ ਨਕਾਬ 5-5 6-6 ਚੱਕੇ ਹੋਏ ਨੇ। ਅਸੀਂ ਥਾਂ ਥਾਂ ਤੇ ਬਦਲ ਜਾਂਦੇ ਆ, ਥਾਂ ਥਾਂ ਤੇ ਆਪਣੇ ਆਪ ਨੂੰ ਬਦਲਦੇ ਆ। ਵਾਹਿਗੁਰੂ ਭਲਾ ਕਰੇ। ਜੋ ਸਾਡੀ ਘਰ ਦੀ ਰੀਤ ਆ ਉਹ ਘਰ ਦੇ ਗੇਟ ਤੇ ਨਹੀਂ, ਜੋ ਗੇਟ ਤੇ ਰੀਤ ਆ ਉਹ ਸੜਕ ਤੇ ਨਹੀਂ, ਜੋ ਸੜਕ ਤੇ ਆ ਉਹ ਕਿਤੇ ਰੜੇ ਮੈਦਾਨ ਵਿੱਚ ਦੂਰ ਨਹੀਂ ਹੈ। ਅਸੀਂ ਥਾਂ ਥਾਂ ਤੇ ਬਦਲਦੇ ਹਾਂ। ਇਹ ਨਕਾਬ ਬਣਾਉਣਾ ਕੀ ਹੈ? ਇਹ ਹੈ ਚੰਗਾ ਬਣਨਾ, ਵੀ ਲੋਕ ਮੈਨੂੰ ਚੰਗਾ ਕਹਿਣਾ। ਇਹ ਗੱਲ ਚੇਤੇ ਰੱਖਿਓ। ਬੰਦਾ ਦੁਨੀਆ ਦੇ ਵਿੱਚ ਚੰਗਾ ਕਹਾਉਣ ਦੇ ਲਈ ਆਪਣੀ ਸ਼ਕਲ ਨੂੰ ਸ਼ਿੰਗਾਰਦਾ, ਧਰਮੀ ਬਾਣਾ ਪਾਉਂਦਾ, ਸ਼ਕਲ ਨੂੰ ਸ਼ਿੰਗਾਰਦਾ ਨਾ। ਜਾਂ ਇਉਂ ਕਹਿ ਲੋ ਕੋਈ ਬੰਦਾ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਸਭ ਤੋਂ ਵੱਧ ਪਸੰਦੀਦਾ, ਲੋਕਾਂ ਦੀ ਪਸੰਦੀਦਾ ਬਣਨ ਦੇ ਲਈ ਆਪਣੇ ਤਨ ਨੂੰ ਵਿਗਾੜਦਾ, ਸ਼ਕਲ ਨੂੰ ਵਿਗਾੜਦਾ। ਉਹ ਤਨ ਨੂੰ ਵਿਗਾੜਨ ਦੇ ਲਈ ਆਪਾਂ ਨੂੰ ਪਤਾ ਸਾਡੇ ਸਮਾਜ ਦੇ ਵਿੱਚ ਬੜੀਆਂ ਦੁਕਾਨਾਂ ਖੁੱਲੀਆਂ ਹੋਈਆਂ, ਚਾਹੇ ਉਹ ਕਿਸੇ ਤਰ੍ਹਾਂ ਦੇ ਕੇਸ ਕੱਟਣ ਵਾਲੇ ਦੀ, ਬਿਊਟੀ ਪਾਰਲਰ ਦੀਆਂ ਦੁਕਾਨਾਂ ਨੇ, ਤੇ ਚਾਹੇ ਉਹ ਭਾਈ ਕਿਸੇ ਤਰ੍ਹਾਂ ਦੀ ਕੋਈ ਹੋਰ ਦੁਕਾਨ ਆ। ਪਰ ਗੁਰੂ ਸਾਹਿਬ ਕਹਿੰਦੇ ਨਾ, ਚੰਗਾ ਬਣਨਾ ਨਹੀਂ, ਚੰਗੇ ਹੋਣਾ। ਆਪਾਂ ਇਮਾਨਦਾਰ ਬਣਨਾ, ਇਮਾਨਦਾਰ ਬਣਨਾ ਪਊ, ਫਿਰ ਕਿਤੇ ਜਾ ਕੇ ਗੱਲ ਬਣੂਗੀ। ਕਹਿੰਦੇ ਨਾ ਇੱਕ ਫਕੀਰ ਆ, ਰੱਬ ਦਾ ਪਿਆਰਾ ਮਸਤ ਬੰਦਾ, ਉਹਦਾ ਫੁੱਫੜ ਮਰ ਗਿਆ। ਜਦੋਂ ਫੁੱਫੜ ਮਰ ਗਿਆ ਤੇ ਭੂਆ ਕੋਲੇ ਉਸ ਮਸਤ ਵੀਰ ਨੂੰ ਪਰਿਵਾਰ ਨੇ ਘੱਲਤਾ। ਕਹਿੰਦੇ ਤੂੰ ਜਾ, ਥੋੜੀ ਬਹੁਤੀ ਹੈਲਪ ਕਰਵਾ ਦੀ, ਘਰੇ ਵੀ ਵਿਹਲੇ ਹੀ ਆ, ਤੇ ਉੱਥੇ ਮਾੜਾ ਮੋਟਾ ਕੰਮ ਕਰ ਲਿਆ ਕਰੀ। ਚਲਾ ਗਿਆ। ਹੁਣ ਭੂਆ ਕੋਲੇ ਪਿੰਡ ਦੇ ਵਿੱਚੋਂ ਭੈਣਾਂ ਆਉਂਦੀਆਂ ਨੇ, ਸਾਰਾ ਦਿਨ ਭੂਆ ਦਾ ਰੋਣ ਵਿੱਚ ਲੰਘ ਜਾਂਦਾ। ਇੱਕ ਦਿਨ ਰੋਈ, 2 ਦਿਨ ਰੋਈ, 3 ਦਿਨ ਰੋਈ। ਅਖੀਰ ਦਿਮਾਗ ਦੇ ਵਿੱਚ ਇੱਕ ਖਿਆਲ ਬਣਿਆ ਤੇ ਉਸ ਆਪਣੇ ਭਤੀਜੇ ਨੂੰ ਕਹਿੰਦੀ ਨਾ, ਕਹਿੰਦੀ ਪੁੱਤ ਇੱਕ ਗੱਲ ਦਾ ਧਿਆਨ ਰੱਖੀ, ਕਹਿੰਦੀ ਰੋਣਾ ਤਾਂ ਬਹੁਤ ਔਖਾ, ਪਰ ਤੂੰ ਨਾ ਗੇਟ ਤੇ ਬਹਿ ਜਾ, ਘਰੇ ਵੀ ਤੂੰ ਕੁਛ ਨਹੀਂ ਕਰਦਾ, ਸਾਰਾ ਦਿਨ ਮੇਰਾ ਰੋਂਦੀ ਦਾ ਲੰਘ ਜਾਂਦਾ ਗਾ, ਤੂੰ ਗੇਟ ਤੇ ਬਹਿ ਜਾ। ਜਦੋਂ ਮਾਈਆਂ ਆਉਣਗੀਆਂ, ਭੈਣਾਂ ਆਉਣਗੀਆਂ ਨਾ, ਤੇ ਮੈਨੂੰ ਇਸ਼ਾਰਾ ਕਰ ਦਿਆ ਕਰੀ, ਤੇ ਮੈਂ ਝੱਟ ਰੋਣ ਲੱਗ ਜਾਇਆ ਕਰੂੰਗੀ। ਉਹਨਾਂ ਟਾਈਮ ਮੈਂ ਚੁੱਪ ਰਿਹਾ ਕਰੂੰ, ਆਪਦਾ ਕੰਮ ਕਰ ਲਿਆ ਕਰੂੰਗੀ। ਤੂੰ ਕਹਿੰਦਾ ਠੀਕ ਆ। ਹੁਣ ਮਾਈਆਂ ਦਾ ਗਰੁੱਪ ਆਉਂਦਾ, ਇਸ਼ਾਰਾ ਕਰਨ ਦਾ, ਭੂਆ ਆ ਗਏ। ਭੂਆ ਕੰਮ ਕਰਦੀ ਕਰਦੀ ਕੰਮ ਛੱਡ ਕੇ ਰੋਣ ਲੱਗ ਜਾਇਆ ਕਰੇ। ਹੁਣ ਇਸ ਵੀਰ ਨੇ, ਇਸ ਮਸਤ ਬੰਦੇ ਨੇ, ਇਸ ਮਸਤ ਫਕੀਰ ਨੇ 2 ਦਿਨ ਵੇਖਿਆ, 3 ਦਿਨ ਵੇਖਿਆ, 4 ਦਿਨ ਵੇਖਿਆ, ਵੀ ਕੰਮ ਕਰਦੀ ਕਰਦੀ ਵੀ ਰੋਣ ਲੱਗ ਜਾਂਦੀ ਆ, ਹੱਸਦੀ ਹੱਸਦੀ ਵੀ ਰੋਣ ਲੱਗ ਜਾਂਦੀ ਆ,
ਕੁਦਰਤੀ ਗੱਲ ਮਾਈਆਂ ਦਾ ਗਰੁੱਪ ਆ ਗਿਆ ਤੇ ਭੂਆ ਕਿਸੇ ਗੱਲ ਤੇ ਹੱਸ ਰਹੀ ਸੀ ਜ਼ੋਰ ਜ਼ੋਰ ਨਾਲ। ਉਧਰੋਂ ਇਸ ਵੀਰ ਨੇ ਵੀ ਆਵਾਜ਼ ਮਾਰਤੀ, ਕਹਿੰਦਾ ਭੂਆ ਮਾਈਆਂ ਆ ਗਈਆਂ, ਤੇ ਨਾਲ ਦੀ ਨਾਲ ਝੱਟ ਰੋਣਾ ਸ਼ੁਰੂ ਕਰ ਦਿੱਤਾ। ਇਹ ਸੋਚ ਰਿਹਾ, ਕਹਿੰਦਾ ਕਮਾਲ ਆ ਯਾਰ, ਹੁਣ ਹੱਸ ਰਹੀ ਸੀ ਹੁਣ ਰੋ ਰਹੀ ਸੀ, ਕੀ ਮੇਰੇ ਫੁੱਫੜ ਮਰੇ ਦਾ ਇਹਨੂੰ ਦੁੱਖ ਹੈ ਜਾਂ ਨਹੀਂ ਨੀਗਾ? ਵੀ ਕਦੇ ਉਹ ਚਿਹਰਾ ਤੇ ਕਦੇ ਉਹ ਚਿਹਰਾ, ਇੱਕ ਮਿੰਟ ਦੇ ਵਿੱਚ ਹੱਸਣ ਵਾਲਾ ਚਿਹਰਾ, ਇੱਕ ਮਿੰਟ ਦੇ ਵਿੱਚ ਰੋਣ ਵਾਲਾ ਚਿਹਰਾ। ਇੱਕ ਮਿੰਟ ਦੇ ਵਿੱਚ ਕੰਮ ਕਰਨ ਲੱਗ ਜਾਂਦੀ ਹੈ, ਇੱਕ ਮਿੰਟ ਦੇ ਵਿੱਚ ਭੱਜ ਕੇ ਵਿਹਲੀ ਹੋ ਕੇ ਬਹਿ ਜਾਂਦੀ ਹੈ। ਵੀ ਤਾਂ ਕੰਮ ਹੀ ਨਹੀਂ ਚੰਗਾ ਲੱਗਦਾ, ਫੁੱਫੜ ਮਰ ਗਿਆ, ਕੰਮ ਨੂੰ ਜੀ ਨਹੀਂ ਕਰਦਾ। ਕਮਾਲ। ਚਲੋ ਕਹਿੰਦਾ ਮੈਂ ਇਸ ਗੱਲ ਦਾ ਪ੍ਰਤਿਆਵਾ ਕਰਨਾ, ਵੇਖਣਾ ਵੀ ਮੇਰਾ ਦਿਮਾਗ ਇਹ ਸੋਚੀ ਜਾਂਦਾ ਕਿ ਭੂਆ ਵਿੱਚ ਪਖੰਡ ਵੀ ਹੈਗਾ ਗਾ। ਹੁਣ ਕੋਈ ਵੀ ਭੈਣ ਨਹੀਂ ਆਈ ਤੇ ਭੂਆ ਕੁਦਰਤੀ ਤੌਰ ਤੇ ਹੱਸ ਰਹੀ ਆ। ਇਸ ਵੀਰ ਨੇ ਆਵਾਜ਼ ਮਾਰਤੀ, ਕਹਿੰਦਾ ਭੂਆ ਮਾਈਆਂ ਆ ਗਈਆਂ, ਤੇ ਝੱਟ ਭੂਆ ਉੱਚੀ ਉੱਚੀ ਰੋਣ ਲੱਗ ਗਈ, ਮਿੰਟੋ ਮਿੰਟ ਅੱਖਾਂ ਵਿੱਚੋਂ ਹੰਝੂ, ਤੇ ਕੋਲੇ ਗਿਆ ਤੇ ਜਾ ਕੇ ਮੂੰਹ ਤੋਂ ਪੱਲਾ ਚੱਕਿਆ। ਕਹਿੰਦਾ ਕਮਾਲ ਆ ਭੂਆ, ਕਹਿੰਦਾ ਤੂੰ ਹੁਣ ਹੱਸ ਰਹੀ ਸੀ, ਮਿੰਟ 'ਚ ਹੀ ਰੋਣ ਲੱਗ ਗਈ। ਮੈਂ ਤਾਂ ਝੂਠ ਮਾਰਿਆ ਸੀ, ਕੋਈ ਮਾਈ ਨਹੀਂ ਆਏਗੀ, ਬਸ ਮੈਂ ਤਾਂ ਇਹ ਪ੍ਰਤਿਆਵਾ ਲੈਣਾ ਸੀ ਵੀ ਤੇਰਾ ਇੱਕ ਮਿੰਟ ਦੇ ਵਿੱਚ 2-3 ਚਿਹਰੇ ਬਣ ਜਾਂਦੇ ਨੇ। ਇੱਕ ਮਿੰਟ 'ਚ, ਇੱਕ ਮਿੰਟ 'ਚ ਤਾਂ ਇਉਂ ਲੱਗਦਾ ਵੀ ਤੇਰੇ ਜਿੰਨਾ ਕੋਈ ਦੁਖੀ ਨਹੀਂ, ਇੱਕ ਮਿੰਟ 'ਚ ਇਉਂ ਲੱਗਦਾ ਵੀ ਤੇਰੇ ਜਿੰਨਾ ਕੋਈ ਖੁਸ਼ੀ ਨਹੀਂ ਹੈ। ਇੱਕ ਮਿੰਟ 'ਚ ਐਂ ਲੱਗਦਾ ਵੀ ਤੈਨੂੰ ਦੁੱਖ ਕੋਈ ਨਹੀਂ, ਤਾਂ ਭੱਜ ਭੱਜ ਕੰਮ ਕਰਦੀ ਫਿਰਦੀਆਂ, ਖਾਣੀ ਫਿਰਦੀਆਂ, ਪਹਿਨਦੀ ਫਿਰਦੀਆਂ। ਮੈਂ ਤਾਂ ਬਸ ਆਹੀ ਵੇਖਣਾ ਸੀ। ਤੈਨੂੰ ਪੁੱਛਣਾ ਚਾਹੁੰਨਾਗਾ ਵੀ ਆਹ ਤੇਰੀ ਭਾਵ ਇਦਾਂ ਦੀ ਐਕਟਿੰਗ ਤਕੜੀ ਕਿਵੇਂ ਬਣੀ? ਤੂੰ ਮਿੰਟ 'ਚ ਹੀ ਰੋਣ ਲੱਗ ਜਾਂਦੀ ਆ, ਐਂ ਤਾਂ ਰੋਣਾ ਵੀ ਨਹੀਂ ਆਉਂਦਾ। ਤੇ ਭੂਆ ਨੇ ਪਤਾ ਕੀ ਗੱਲ ਕਹੀ ਸੀ? ਕਹਿੰਦੀ ਅਸਲ ਦੇ ਵਿੱਚ ਸਾਰੀ ਉਮਰ ਦਾ ਤਜਰਬਾ ਤੇ ਕਹਿੰਦੀ ਅਭਿਆਸ ਹੁਣ ਸ਼ੁਰੂ ਹੋਇਆ। ਕਹਿੰਦੀ ਤਜਰਬਾ ਸਾਰੀ ਉਮਰ ਦਾ। ਚਲੋ ਸ਼ਾਇਦ ਇਸ ਕਹਾਣੀ ਤੋਂ ਸਾਨੂੰ ਵਿਅੰਗਮਈ ਇੱਕ ਪੱਖ ਮਿਲਦਾ ਵੀ ਬੰਦੇ ਕੋਲੇ ਵੀ ਨਾ ਇੰਨਾ ਕੁ ਤਜਰਬਾ, ਤੇ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਆ। ਜੋ ਬਾਣੀ 'ਚ ਲਿਖਿਆ ਨਾ, ਲੋਗਣ ਰਾਮ ਖਲਾਉਣਾ ਜਾਨਾ, ਮਾਥੇ ਤਿਲਕ ਹੱਥ ਮਾਲਾ ਬਾਣਾ। ਬਾਣਾ ਵੀ ਪਾਲਿਆ, ਕਹਿੰਦਾ ਮੈਂ ਧਰਮੀ। ਉਹਨੂੰ ਕਮਰੇ 'ਚ ਜਾ ਕੇ ਦੇਖੋ ਵੀ ਧਰਮੀ ਆ ਉਹ ਨਾ, ਉਹਦੇ ਘਰ ਜਾ ਕੇ ਵੇਖੋ ਵੀ ਧਰਮੀ ਹੈ ਨਹੀਂ। ਗੁਰੂ ਸਾਹਿਬ ਕਹਿੰਦੇ ਅਸਾਂ ਜਦੋਂ ਮੰਦਰ ਜਾਂਦਾ, ਮਸਜਿਦ ਜਾਂਦਾ, ਧਰਮ ਦੀ ਜਗ੍ਹਾ ਤੇ ਜਾਂਦਾ, ਉਦੋਂ ਲੱਗਦਾ ਵੀ ਧਰਮੀ ਹੈ। ਗੁਰੂ ਸਾਹਿਬ ਕਹਿੰਦੇ ਇਹ ਹੈਗਾ ਪਖੰਡ ਸਾਰਾ ਧਰਮੀ ਚੰਗੇ ਹੋਣ ਦਾ, ਚੰਗੇ ਬਣਨ ਦਾ। ਚੰਗੇ ਬਣੋ ਨਾ ਤੇ ਚੰਗੇ ਹੋ ਜਾਓ। ਜਦੋਂ ਚੰਗੇ ਹੋ ਜਾਓਗੇ ਨਾ, ਫਿਰ ਆਪਾਂ ਨੂੰ ਕਿਸੇ ਤਰ੍ਹਾਂ ਦਾ ਪਖੰਡ ਕਰਨ ਦੀ ਲੋੜ ਨਹੀਂ ਪੈਣੀ, ਨਕਾਬ ਚੜਾਉਣ ਦੀ ਲੋੜ ਨਹੀਂ ਪੈਣੀ, ਕੱਪੜੇ ਬਦਲਣ ਦੀ ਲੋੜ ਸ਼ਾਇਦ ਫਿਰ ਨਾ ਪਵੇ। ਤੇ ਸ਼ਾਇਦ ਸਾਡੇ ਸਮਾਜ ਦੇ ਵਿੱਚ ਇਸ ਚੀਜ਼ ਨੂੰ ਅਸੀਂ ਮਾਨਤਾ ਵੀ ਦਿੱਤੀ ਹੋਈ ਆ। ਜਿੰਨਾ ਮਰਜ਼ੀ ਕੋਈ ਸੱਚ ਦਾ ਆਸ਼ਿਕ ਹੋਵੇ, ਵਧੀਆ ਗੁਰੂ ਦੀ ਗੱਲ ਸੁਣਾਉਣ ਵਾਲਾ ਹੋਵੇ, ਪਰ ਜੇ ਉਹਦੇ ਕੱਪੜੇ ਰੰਗਦਾਰ ਧਰਮੀਆਂ ਵਾਲੇ ਨਾ ਪਾਏ ਹੋਣ, ਗਰੰਟੀ ਆ ਬਿਰਲਾਂ ਨੂੰ ਛੱਡ ਕੇ ਅਸੀਂ ਮੰਨਾਂਗੇ ਨਹੀਂ ਵੀ ਇਹ ਬਾਬਾ। ਤੇ ਕਿਸੇ ਬੰਦੇ ਕੋਲੇ ਇੱਕ ਅੱਧੀ ਗੱਲ ਦਾ ਜਵਾਬ ਨਾ ਹੋਵੇ ਤੇ ਸਾਰੀ ਉਮਰ ਉਹਦੀ ਨਸ਼ੇ ਵਿਸ਼ਿਆਂ ਵਿੱਚ ਗੁਜ਼ਰੀ ਹੋਵੇ, ਤੇ ਕੰਮ ਕੀ ਕਰਨਾ? ਜਟਾਂ ਵਧਾਉਣੀਆਂ ਨੇ, ਗੇਰੂਏ ਰੰਗ ਦੇ ਕੱਪੜੇ ਪਾਉਣੇ ਨੇ, ਸਵਾਹ ਮਲਣੀ ਆ, ਤੇ ਅਸੀਂ ਗੋਡੀ ਹੱਥ ਲਾਉਣ ਨੂੰ ਤਿਆਰ ਬੈਠੇ ਆ। ਅਸੀਂ ਹਜ਼ਾਰ ਦੀਆਂ ਗੁੱਟੀਆਂ ਧਰਨ ਨੂੰ, ਪੈਸੇ ਨੋਟ ਧਰਨ ਨੂੰ ਤਿਆਰ ਬੈਠੇ ਆ। ਕਹਿੰਦੇ ਠੀਕ ਆ, ਬਾਬਾ ਦਾ ਬਾਹਲੀ ਕਰਨੀ ਵਾਲਾ। ਗਰੰਟੀ ਆ ਜੇ ਗੁਰੂ ਦੀ ਮੱਤ ਤੁਹਾਡੇ ਜੀਵਨ ਵਿੱਚ ਹੈ, ਇਹੋ ਜਿਹੇ 2900 ਬਾਬੇ ਤੁਰੇ ਫਿਰਦੇ ਨੇ। ਤੇ ਬਾਬੇ ਨਾਨਕ ਨੂੰ ਤਾਂ ਨਾ ਕਿਸੇ ਨੇ ਪੰਜਾਬ ਦੀ ਹੱਦ ਟੱਪਣ ਨਹੀਂ ਦੇਣਾ। ਪੰਜਾਬ ਦੀ ਹੱਦ ਛੱਡੋ, ਬਾਬੇ ਨਾਨਕ ਨੂੰ ਤਲਵੰਡੀ ਦੀ ਯੂ ਕਿਸੇ ਨੇ ਟੱਪਣ ਨਹੀਂ ਸੀ ਦੇਣਾ। ਜੇ ਬਾਬਿਆਂ ਕੋਲੇ ਕੁਝ ਹੁੰਦਾ ਤਾਂ ਸੋਚ ਕੇ ਦੇਖੋ। ਜਿਹੜੇ ਮਤਲਬ ਪਹਾੜਾਂ ਤੇ ਬੈਠੇ ਸੀ ਨਾ ਜੋਗੀ, 300 ਸਾਲ ਪੁਰਾਣੇ ਜੋਗੀ ਬੈਠੇ ਸੀ। ਵਾਹਿਗੁਰੂ ਭਲਾ ਕਰੇ, ਇਤਿਹਾਸ ਪੜ੍ਹ ਕੇ ਵੇਖੋ, ਸਿੱਧ ਗੋਸ਼ਟ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ। ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਆ, ਸਿੱਧ ਗੋਸ਼ਟ ਦੀ ਬਾਣੀ ਸਾਰੀ ਸਵਾਲ ਜਵਾਬ ਆ, ਇੱਕ ਸਵਾਲ ਜਵਾਬ, ਫਿਰ ਸਵਾਲ ਫਿਰ ਜਵਾਬ। ਤੇ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀ ਛੋਟੀ ਜੀ ਉਮਰ ਦੇ ਤਜਰਬੇ ਨੂੰ ਵੇਖ ਕੇ
बाबे नानक दी उम्र चढ़दी जवानी आ, ऐन कक्की दाढ़ी काली आ, जवान ने पूरे। ते जिहड़े बाबे सी ये 300-300 साल 150-150 साल पुराने बाबे ये मन गए कि कहंदे उमरां भावें साडियां वड्डियां ने पर कमाई तेरी वड्डी आ। गुरु नानक साहब नूं आह गल कही आ, उमर भावें साडी वड्डी आ पर बाबा कमाई तेरी वड्डी आ। भाई गुरदास ने लिखिया धन नानक तेरी वड्डी कमाई, आह गल कही आ। असीं मन्नण नूं तैयार नहीं, असीं केवल कपड़ियां ते नकाब ते माला ते इन्हां चीज़ां ते खड़ गए। मैं नहीं कहंदा कुछ माड़ा होना चाहिदा, पर गुरु साहब किरपा करदे ने, कहंदे अपने जीवन दे विचों सच लभण दी भी कोशिश कर, अपने जीवन दे विच शुभ गुणां वल भी झाती मारन दा यतन कर, तां तेरी जिंदगी भाई श्रेष्ठ बन सकदी है, वधिया बन सकदी है। अगे लिखिया सी पातशाह ने, संसार विख्या कूप, जे तू नकाब पा के रखेगा ना, नकाब कपड़े पा के रखेगा केवल, ये संसार खूह आ ते इस संसार खूह दे विच तू जरूर डिगेगा जे कल्ले कपड़े पाए। ते जे हथ विच टॉर्च फड़ी है, बैटरी फड़ी भी है ना, दीवा फड़िया हुआ, दीवा फड़िया हुआ, भावें रंगदार कपड़े नहीं पाए, नकाब नहीं चढ़ाया, माला नहीं फड़ी, भेख नहीं कीता। पातशाह ने बाणी विच लिखिया ना, दुविधा ये फल नाही जियो, छोड़ो वेस। देखो मैं नहीं कहंदा, गुरु नानक साहब कहंदे ने, पातशाह जी कहंदे ना, छोड़ो वेस पखंड पहरावा नकाब छड़ दे नहीं, छोड़ो वेस भेख चतराई, चतराइयां भी छड़ दे, भेख भी छड़ दे, झूठा नकाब ला दे, छोड़ो वेस भेख चतराई। ते अगे पातशाह लिखिया कि दुविधा ये फल नाही जियो, आ चक्कर दे विच फस के तेरे कोले कोई फल नहीं। अच्छा जिहदे कोले फल नहीं है, आ चक्कर च पै के पातशाह जी कहंदे फिर जाने सी किहदे कोले, उसे कोले जाने आ, भाव उन्हां कोले असीं जाणों भी हट जाइए भाई, बस इन्नी की गल आ। चलो अपनी विचार सी। पातशाह कहंदे फिर संसार खूह आ भाई, जिहदे कोले हथ विच दीवा नहीं है, चलो इत्थे आपां हथ वाले दीवे नूं छड़ दो अद्धे क सेकंड वास्ते ना, हथ वाले दीवे नूं छड़ दो ते आपां सुरत वाले दीवे नूं चकणा गा। जे सुरत दे विच ज्ञान दा दीवा है, फिर असीं गारंटी आ किसी खूह विच नहीं डिगांगे। ते जे हथ ते दीवा गा, हथ ते भाव बाहरी तौर ते कपड़े पहने आ, माला पहनी आ, बाहरी तौर ते नकाब चढ़ाया हुआ गा, माथे तिलक हथ माला वाना लोगन राम खिलौना जाना, जे आ दीवा चक्या हुआ गा, फिर गुरु साहब जी कहंदे देख ला, फिर तां तू खूह च डिग्गी पियांगा, बड़ी वड्डी गल नहीं है। हुण खूह की आ? अज्ञानता दा। खूह की आ? विषे विकारां दा। ते हुण अज्ञानता दे खूह विच गिणती करके देखो किन्ने क लोक डिगे ने, भरिया पिया। विषे विकारां दे खूह विच किन्ने क डिगे ने, गौर करके देखियो। विषे विकारां दे खूह विच कहिंदे कहाउंदे चोटी दे बाबे डिगे होए नेगे, गौर करके देखियो। गुरु साहब कहंदे उन्हां कोल हत्थां ते दीवा तां सी, हत्थां ते दीवा तां सीगा, पर वाहिगुरू भला करे वो एक नकाब सी, ते हाथ ते दीवा होने के बावजूद भी वो खूह च डिग पिया। ते फिर साडी चर्चा चल पैंदी है, लै ये तां बाबा सी, ये भी इहो जिहे काम कर लैंदा गा। हाँ भाई उन्हां दे किहड़ा हत्थ नहीं लगे, कर लैंदा, पर उहने सुरत चों दीवा नहीं चक्या गा। सुरत वाला दीवा बंद सी, बाहरी तौर ते दीवा फड़िया हुआ सी। असीं बाहरला दीवा देख के शरीर नाल जुड़ गए। वाहिगुरू भला करे, पातशाह कहंदे इस नकाब दे विचों बाहर निकलिया, ये गलाफ अपनी जिंदगी तो उतार दे ते गलाफां वालियां दे नाल यारियां भी छड़ दे, ते नहीं फिर ये खूह च भाई डिग पेगा तू। ये खूह अंध विश्वास दा, ये खूह अज्ञानता दा, ये खूह विषे विकारां दा, नशियां दा। इस खूह विच अज बहुत दुनिया फस चुकी आ, डिग चुकी आ। लिखिया पातशाह ने, विख्या कूप तम अज्ञान मोहत कूप, तम हनेरा अज्ञान, अज्ञानता दा हनेरा। फिर पातशाह जी कहंदे मोहत कूप, वाहिगुरू भला करे सानू ना कहंदे अज्ञानता दे हनेरे ने मोह लिया, अज्ञानता दे हनेरे ने ना मोह लिया।
ਅਗਿਆਨਤਾ ਦੇ ਹਨੇਰੇ ਦੀ ਗ੍ਰਿਫਤ ਵਿੱਚ ਅਸੀਂ ਫਸ ਗਏ ਤੇ ਵਾਹਿਗੁਰੂ ਭਲਾ ਕਰੇ ਅਸੀਂ ਅਗਿਆਨਤਾ ਦੇ ਹਨੇਰੇ ਵਿੱਚੋਂ ਬਾਹਰ ਨਿਕਲ ਗਏ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਭਲਾ ਹੋ ਸਕਦਾ। ਇੱਕ ਨਾ ਪੰਕਤੀ ਆ ਗੁਰਬਾਣੀ ਦੀ, ਤੇ ਉਸ ਪੰਕਤੀ ਨੂੰ ਜੇ ਆਪਾਂ ਪੂਰੇ ਧਿਆਨ ਦੇ ਨਾਲ ਵੇਖੀਏ ਨਾ, ਉਹ ਹਰੇਕ ਸਕੂਲ 'ਚ ਆ, ਹਰੇਕ 'ਚ, ਹਰੇਕ ਦੇ ਘਰੇ ਆ। ਕੋਈ ਨਾ ਚਾਹੁੰਦਾ ਨਾ ਉਹਦੇ ਵੀ ਘਰੇ ਆ, ਜਿਹੜੇ ਨਹੀਂ ਚਾਹੁੰਦੇਗੇ ਗੁਰਬਾਣੀ ਉਹਨਾਂ ਦੇ ਘਰੇ ਬੈਠੀ ਹੈਗੀ। ਠੀਕ ਆ, ਸਾਨੂੰ ਦੀਂਦੀ ਨਹੀਂ, ਨਜ਼ਰ ਨਹੀਂ ਆਉਂਦੀਗੀ। ਤੇ ਕਿਹੜੀ ਪੰਕਤੀ ਉਹ, ਫੈਲੇ ਵਿਦਿਆ ਚਾਨਣ ਹੋਏ ਤਾਂ ਆਪਾਂ ਆਮ ਹੀ ਪੜ੍ਹਦੇ ਆ ਨਾ, ਤੇ ਨਾਲ ਉਹਦੇ ਇੱਕ ਉੱਥੇ ਆਸੇ ਪਾਸੇ ਤੁਕ ਇਹ ਵੀ ਲਿਖੀ ਹੁੰਦੀ ਆ, ਗੁਰਬਾਣੀ ਇਸ ਜਗ ਮੈਂ ਚਾਨਣ। ਤੇ ਪਰ ਵਾਹਿਗੁਰੂ ਭਲਾ ਕਰੇ ਉਹ ਤੁਕ ਫਿਰਦੀ ਹਰ ਥਾਂ ਤੇ ਆ, ਘਰੇ ਵੀ ਫਿਰਦੀ ਆ, ਸਕੂਲ ਕਾਲਜ ਵਿੱਚ ਵੀ ਫਿਰਦੀ ਆ। ਪਰ ਚੇਤਾ ਰੱਖਿਓ, ਉਸ ਗੁਰਬਾਣੀ ਨੂੰ ਨਾ ਤਾਂ ਟੀਚਰਾਂ ਨੇ ਵਰਤਿਆ ਤੇ ਨਾ ਬੱਚਿਆਂ ਨੇ ਵਰਤਿਆ। ਬਾਹਰੀ ਤੌਰ ਤੇ ਸਿਲੇਬਸ ਅਸੀਂ ਬਹੁਤ ਵਰਤਿਆ, ਪਰ ਉਹ ਤੁਕ ਨੂੰ ਨਹੀਂ ਵਰਤਿਆ। ਵੀ ਆਰੰਭਤਾ ਦੇ ਵਿੱਚ ਆ ਤੁਕ ਆ ਗਈ, ਜਿਲਦ ਦੇ ਉੱਪਰ ਆ ਤੁਕ ਆ ਗਈ, ਸਾਈਡ ਤੇ ਇੱਕ ਤੁਕ ਆ ਗਈ, ਵੀ ਇਹਨੂੰ ਆਪਣੀ ਜ਼ਿੰਦਗੀ 'ਚ ਵਰਤ ਕੇ ਤਾਂ ਵੇਖ ਲਈਏ ਨਾ। ਹੁਣ ਗੁਰੂ ਸਾਹਿਬ ਜੀ ਕਹਿੰਦੇ, ਜਿਹੜੇ ਆਪਣੇ ਬਸਤੇ ਦੇ ਵਿੱਚ, ਆਪਣੇ ਝੋਲੇ ਦੇ ਵਿੱਚ, ਆਪਣੇ ਬੈਗ ਕਿੱਟ ਦੇ ਵਿੱਚ ਬੱਚੇ ਟੀਚਰ ਐਸ ਤੁਕ ਨੂੰ ਚੱਕੀ ਫਿਰਦੇ ਨੇ, ਪਾਈ ਫਿਰਦੇ ਨੇ, ਉਹ ਵੀ ਅਗਿਆਨਤਾ ਦੇ ਖੂਹ ਵਿੱਚ ਡੁੱਬੇ ਪਏ ਨੇ। ਉਹਨਾਂ ਕੋਲੇ ਸੀ ਮੰਤਰ ਸੀ। ਹੁਣ ਵਾਹਿਗੁਰੂ ਭਲਾ ਕਰੇ ਕੋਈ ਬਾਬਾ ਗਾ ਮੰਤਰ ਇੱਕ ਅੱਖਰ ਦੇ ਦਿੰਦਾ ਨਾ, ਤੇ ਬਾਬੇ ਨਾਨਕ ਵਾਲਾ ਮੰਤਰ ਸਾਨੂੰ ਹਰੇਕ ਸਕੂਲ 'ਚ ਮਿਲੀ ਜਾਂਦਾ ਗਾ, ਗੁਰਬਾਣੀ ਇਸ ਜਗ ਮੈਂ ਚਾਨਣ। ਪਰ ਅਮਲ ਕਦੇ ਕੀਤਾ ਨਹੀਂ, ਅੰਦਰੋਂ ਦੀਵਾ ਕਦੇ ਚੱਕਿਆ ਨਹੀਂ, ਬਾਹਰੀ ਦੀਵਾ ਅਸੀਂ ਚੱਕੀ ਫਿਰਦੇ ਰਹੇ ਹਾਂ। ਫਿਰ ਪਾਤਸ਼ਾਹ ਨੇ ਕਿਹਾ, ਕਹਿੰਦੇ ਇਸ ਧਰਤੀ ਤੇ ਨਾ ਭਾਈ, ਤਮ ਅਗਿਆਨ ਮੋਹਤ ਕੂਪ ਗਹਿ ਪੂਜਾ ਪ੍ਰਭ, ਜੀ ਲੇਹੋ ਹਰ ਨਾਮ ਆਪਣਾ ਦੇਹੋ। हे ਵਾਹਿਗੁਰੂ ਜੀ, ਮੈਨੂੰ ਆਪਣਾ ਗਿਆਨ ਰੂਪੀ ਨਾਮ ਦੇ, ਪ੍ਰਭ ਤੁਝ ਬਿਨਾ ਨਹੀਂ ਠਾਓ, ਨਾਨਕਾ ਬਲ ਬਲ ਜਾਊਂ, ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਥਾਂ ਨਹੀਂ ਹੈ, ਤੇ ਮੈਂ ਤੈਥੋਂ ਸਦਕੇ ਜਾਂਦਾ ਹਾਂ, ਤੈਥੋਂ ਬਲਿਹਾਰ ਜਾਂਦਾ ਹਾਂ। ਸੋ ਇੱਥੋਂ ਤੱਕ ਅੱਜ ਦੀ ਵਿਚਾਰ ਸਮਾਪਤ ਹੈ। ਭੁੱਲਾਂ ਦੀ ਖਿਮਾ, ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ